हाँ जी, सत श्री अकाल सारिਆਂ ਨੂੰ ਤੇ ਤੁਹਾਡਾ ਸਵਾਗਤ ਹੈ ਮਲੂਕਾ ਆਈਐਸ ਤੇ। guys, as we know that from last 2 days we are conducting current affair classes, live session on current affairs targeting the PCS prelims 2023। ਤੇ ਅੱਜ ਉਸੇ ਸੀਰੀਜ਼ ਦੇ ਵਿੱਚ ਆਪਣਾ ਜੋ ਥਰਡ ਲੈਕਚਰ ਹੈ ਕਰੰਟ ਅਫੇਅਰਸ ਤੇ ਉਹ ਆਪਾਂ ਤੁਹਾਡੇ ਲਈ ਲੈ ਕੇ ਆਏ ਆ। ਤੇ ਮਤਲਬ ਮੈਂ ਤੁਹਾਨੂੰ ਆਪਣੀ ਕਲਾਸ ਅੱਜ ਦੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਵੀ ਜੋ ਵੀ ਆਪਾਂ ਕਲਾਸ ਦੇ ਵਿੱਚ ਡਿਸਕਸ ਕਰ ਰਹੇ ਆ, ਜੋ ਚੀਜ਼ਾਂ ਤੁਹਾਨੂੰ ਆਪਾਂ ਪੀਪੀਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ, ਉਹ ਤੁਹਾਨੂੰ ਐਜ਼ ਇਟ ਇਜ਼ ਜੋ ਮਲੂਕਾ ਆਈਏਐਸ ਦੇ ਕੁਝ ਸੋਸ਼ਲ ਮੀਡੀਆ ਹੈਂਡਲਸ ਨੇ ਜਾਂ ਇਹਨਾਂ ਦੀ ਜੋ ਇਹਨਾਂ ਦੀਆਂ ਐਪਸ ਨੇ ਉੱਥੋਂ ਤੁਹਾਨੂੰ ਮਿਲ ਜਾਣਗੇ। ਉਹਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅੱਜ ਆਪਾਂ ਫੇਰ ਉਹਦੇ ਬਾਰੇ ਗੱਲ ਕਰ ਲਾਂਗੇ। ਜਿਹੜੇ ਬੱਚੇ ਰਹਿ ਗਏ ਉਹ ਉਹਨਾਂ ਐਪਸ ਨੂੰ ਇੰਸਟਾਲ ਕਰ ਲੈਣ। ਤੇ ਕੁਝ ਪੁਆਇੰਟਸ ਇੱਦਾਂ ਦੇ ਹੁੰਦੇ ਨੇ ਜਿਹੜੇ ਪੀਪੀਟੀ ਦੇ ਵਿੱਚ ਮੈਂਸ਼ਨ ਨਹੀਂ ਹੁੰਦੇ, ਬਟ ਉਹ ਜੋ ਆਪਾਂ ਟੌਪਿਕ ਡਿਸਕਸ ਕਰ ਰਹੇ ਹਾਂ ਉਹਦੇ ਨਾਲ ਕਿਤੇ ਨਾ ਕਿਤੇ ਰਿਲੇਟਡ ਹੁੰਦੇ ਨੇ, ਜਾਂ ਜਿਵੇਂ ਕਹਿ ਲਓ ਕੁਝ ਥੋੜ੍ਹਾ ਟਾਈਮ ਪਹਿਲਾਂ ਨਿਊਜ਼ ਦੇ ਵਿੱਚ ਰਹੇ ਹੋਣ ਤਾਂ ਕਰਕੇ ਉਹ ਸਾਡੇ ਲਈ ਰੈਲੇਵੈਂਟ ਹੋ ਜਾਂਦੇ ਨੇ, ਉਸ ਟੌਪਿਕ ਦੇ ਨਾਲ ਰਿਲੇਟਡ ਹੁੰਦੇ ਨੇ। ਉਹ ਟੌਪਿਕ ਆਪਾਂ ਨਾਲ ਦੀ ਨਾਲ ਵੈਸੇ ਡਿਸਕਸ ਕਰ ਲੈਂਦੇ ਹਾਂ। ਸੋ ਉੱਦਾਂ ਦੇ ਕੁਝ ਜੋ ਪੁਆਇੰਟਸ ਨੇ, ਕੁਝ ਟੌਪਿਕਸ ਨੇ ਜਾਂ ਕੁਝ ਵੀ ਉੱਦਾਂ ਦੇ ਜੋ ਹੈ ਪੁਆਇੰਟਸ, ਉਹ ਤੁਸੀਂ ਆਪਣੇ ਨੋਟਸ ਦੇ ਵਿੱਚ ਪੁਆਇੰਟ ਫਾਰਮ ਦੇ ਵਿੱਚ ਤੁਸੀਂ ਉਹਨਾਂ ਨੂੰ ਨੋਟ ਕਰ ਲਿਆ ਕਰੋ। ਬਿਕੋਜ਼ ਕੱਲ੍ਹ ਨੂੰ ਜਦੋਂ ਤੁਸੀਂ ਰਿਵਾਈਜ਼ ਕਰੋਗੇ ਤਾਂ ਤੁਹਾਡੇ ਲਈ ਸੌਖਾ ਹੋ ਜਾਣਾ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਕਿਉਂਕਿ ਇੱਕੋ ਥਾਂ 'ਤੇ ਤੁਹਾਨੂੰ ਜੋ ਵੀ ਟੌਪਿਕਸ ਨੇ ਉਹ ਮਿਲ ਜਾਣਗੇ। ਜੋ ਉਹਨਾਂ ਨਾਲ ਰਿਲੇਟਡ ਨਿਊਜ਼ ਪਹਿਲਾਂ ਨਿਊਜ਼ 'ਚ ਰਹੀ ਆ ਉਹ ਵੀ ਤੁਹਾਨੂੰ ਤੁਹਾਡੇ ਧਿਆਨ 'ਚ ਆ ਜਾਣੀ ਆ। ਤੇ ਫਿਰ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕੋ ਰਿਕੁਐਸਟ ਆ ਵੀ ਜੋ ਵੀ ਆਪਣੀ ਪ੍ਰੈਪਰੇਸ਼ਨ PCS 2023 ਲਈ ਕਰਨਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਸਟਾਰਟ ਕਰ ਦਿਓ, ਕਿਉਂਕਿ ਹੁਣ ਬਹੁਤਾ ਸਮਾਂ ਸਾਡੇ ਕੋਲ ਨਹੀਂ ਹੈ। ਜਿੰਨਾ ਹੁਣ ਅਸੀਂ ਵੇਟ ਕਰੀ ਜਾਵਾਂਗੇ, ਜਿੰਨਾ ਆਪਣੀ ਪ੍ਰੈਪਰੇਸ਼ਨ ਦੀ ਸਟਾਰਟਿੰਗ ਨੂੰ ਡਿਲੇ ਕਰੀ ਜਾਵਾਂਗੇ, ਓਨਾ ਹੀ ਅਸੀਂ ਆਪਣੇ ਕੰਪੀਟੀਟਰਸ ਤੋਂ ਪਿੱਛੇ ਜਾਈ ਜਾਵਾਂਗੇ। ਕਿਉਂਕਿ ਬਹੁਤ ਬੱਚੇ ਇੱਦਾਂ ਦੇ ਨੇ ਜਿਹੜੇ ਪਿਛਲੇ 2-3 ਸਾਲਾਂ ਤੋਂ PCS ਦੇ ਰਹੇ ਨੇ, ਜਾਂ ਜਿਨ੍ਹਾਂ ਨੇ ਪਹਿਲਾਂ UPSC ਅਟੈਂਪਟਸ ਦਿੱਤੇ ਨੇ ਉਹ ਵੀ ਇਹਦੀ ਤਿਆਰੀ ਕਰ ਰਹੇ ਨੇ। ਤੇ ਕੁਝ ਬੱਚੇ ਜਿਵੇਂ ਕਹਿ ਲਓ ਬਾਕੀ ਕੁਝ ਇੱਦਾਂ ਦੇ ਹੋਣਗੇ ਜੋ ਇਸ ਵਾਰ ਜਿਨ੍ਹਾਂ ਨੇ ਆਪਣਾ ਫਸਟ ਅਟੈਂਪਟ ਦੇਣਾ, ਜੋ ਪਹਿਲਾਂ ਆਪਣੀ ਤਿਆਰੀ ਨਾਲ ਕਰ ਰਹੇ ਨੇ। ਤੇ ਕੁਝ ਇੱਦਾਂ ਦੇ ਬੱਚੇ ਨੇ ਜਿਹੜੇ ਨੋਟੀਫਿਕੇਸ਼ਨ ਦਾ ਵੇਟ ਕਰ ਰਹੇ ਨੇ। ਸੋ ਜਿਹੜੇ ਨੋਟੀਫਿਕੇਸ਼ਨ ਦਾ ਵੇਟ ਕਰ ਰਹੇ ਨੇ, ਮੈਂ ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਆਪਣੀ ਜੋ ਪ੍ਰੈਪਰੇਸ਼ਨ ਆ ਉਹ ਹੁਣੇ ਤੋਂ ਸਟਾਰਟ ਕਰ ਦਿਓ। ਜਿੰਨਾ ਇਹਨੂੰ ਡਿਲੇ ਕਰੀ ਜਾਓਗੇ ਓਨਾ ਹੀ ਤੁਹਾਨੂੰ ਉਸ ਚੀਜ਼ ਦਾ ਨੁਕਸਾਨ ਹੈ। ਕਿਉਂਕਿ ਜੇ ਆਪਾਂ ਕਿਸੇ ਕੰਮ ਦੇ ਲਈ ਤਿਆਰੀ 1 ਮਹੀਨਾ 10 ਜਾਂ 10-15 ਦਿਨ ਪਹਿਲਾਂ ਸਟਾਰਟ ਕਰ ਦਾਂਗੇ, ਸਾਨੂੰ ਉਹਦਾ ਫਾਇਦਾ ਹੀ ਹੋਣਾ, ਕੋਈ ਨੁਕਸਾਨ ਨਹੀਂ ਹੋਣਾ। ਸੋ ਤੇ ਆਪਾਂ ਅੱਜ ਦਾ ਜੋ ਸਾਡਾ ਲੈਕਚਰ ਹੈ ਉਹ ਸਟਾਰਟ ਕਰਦੇ ਹਾਂ। ਅੱਜ ਸਾਡੇ ਕੁਝ 5-6 ਟੌਪਿਕ ਆਪਾਂ ਰੱਖੇ ਨੇ ਆਪਣੀ ਡਿਸਕਸ਼ਨ ਦੇ ਲਈ। ਤੇ ਮੋਸਟਲੀ ਇਹ ਇੰਟਰਨੈਸ਼ਨਲ ਰਿਲੇਸ਼ਨਸ ਦੇ ਨਾਲ ਕਹਿ ਲਓ ਵੀ ਟੌਪਿਕ ਰਿਲੇਟਡ ਨੇ। ਕੁਛ ਇੱਦਾਂ ਦੀਆਂ ਪਿਛਲੇ 10-15 ਜਾਂ ਦਿਨਾਂ ਦੇ ਵਿੱਚ ਕੁਛ ਇੱਦਾਂ ਦੀਆਂ ਹੈਪਨਿੰਗਸ ਹੋਈਆਂ ਨੇ ਜੋ ਇੰਡੀਆ ਲਈ ਇੰਪੋਰਟੈਂਟ ਨੇ, ਇੰਡੀਆ ਨਾਲ ਰਿਲੇਟਡ ਨੇ ਤੇ ਸਾਡੇ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਨੇ। ਉਹ ਪੇਪਰ ਬੀ ਇਟ ਸਟੇਟ PCS ਔਰ ਯੂ ਆਰ ਪ੍ਰੀਪੇਅਰਿੰਗ ਫॉर UPSC, ਠੀਕ ਹੈ ਜੀ। ਉਦੋਂ ਦੋਨਾਂ ਸਬ ਪੇਪਰਸ ਦੇ ਲਈ ਇਹ ਜੋ ਕਰੰਟ ਅਫੇਅਰਸ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ, ਦੇ ਆਰ ਗੋਇੰਗ ਟੂ ਬੀ ਇੰਪੋਰਟੈਂਟ। ਸੋ ਪਲੀਜ਼ ਪੂਰਾ ਇਹਨਾਂ ਨੂੰ ਧਿਆਨ ਨਾਲ ਸੁਣਿਓ ਤੇ ਜੋ ਵੀ ਚੀਜ਼ ਤੁਹਾਨੂੰ ਨੋਟ ਕਰਨ ਵਾਲੀ ਕਿਤੇ ਲੱਗੇ ਤੁਸੀਂ ਉਹਨੂੰ ਨਾਲ ਦੀ ਨਾਲ ਨੋਟ ਕਰ ਲਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ, ਗੁੱਡ ਈਵਨਿੰਗ ਲਲਿਤ ਜੀ, ਗੁੱਡ ਈਵਨਿੰਗ ਜੀ। ਤੇ ਅੱਜ ਦਾ ਜੋ ਸਾਡੀ ਜੋ ਹੈ ਅੱਜ ਥਰਡ ਕਲਾਸ ਹੈ ਇਸ ਸੀਰੀਜ਼ ਦੇ ਵਿੱਚ, ਜੋ ਆਪਾਂ ਪਿਛਲੇ 2 ਦਿਨਾਂ ਤੋਂ ਚਲਾ ਰਹੇ ਹਾਂ, ਉਹਦਾ ਜੋ ਫਸਟ ਟੌਪਿਕ ਹੈ, ਵੈਰੀ ਇੰਪੋਰਟੈਂਟ ਟੌਪਿਕ, ਇੰਡੀਆ ਆਸਟ੍ਰੇਲੀਆ ਫ੍ਰੀ ਟ੍ਰੇਡ ਐਗਰੀਮੈਂਟ। ਹਾਂਜੀ, ਇੰਡੀਆ ਆਸਟ੍ਰੇਲੀਆ ਫ੍ਰੀ ਟ੍ਰੇਡ ਐਗਰੀਮੈਂਟ ਕਿਉਂ ਇੰਪੋਰਟੈਂਟ ਆ ਸਾਡੇ ਲਈ ਇਹ? ਉਸ ਤੋਂ ਡਿਸਕਸ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਕੱਲ੍ਹ ਇੱਕ ਆਪਾਂ ਕਹਿ ਲਓ ਵੀ ਇੱਕ ਤਰੀਕਾ ਸਟਾਰਟ ਕੀਤਾ ਸੀ, ਉਹ ਸੀ ਆਪਣੇ ਟੌਪਿਕ ਨੂੰ ਕੁਐਸਚਨ ਦੇ ਨਾਲ ਸਟਾਰਟ ਕਰਨ ਦਾ। ਸੋ ਅੱਜ ਦਾ ਜੋ ਸਾਡਾ ਫਸਟ ਕੁਐਸਚਨ ਹੈ that is related to India-Australia relations. The question is, to which among the following arrangements both India and Australia are members?
ਅਸੀਂ ਦੱਸਣਾ ਵੀ ਹੇਠਾਂ ਲਿਖੀਆਂ ਜੋ ਆਪਸ਼ਨਸ ਨੇ ਉਹਨਾਂ ਦੇ ਵਿੱਚੋਂ ਇੰਡੀਆ ਤੇ ਆਸਟ੍ਰੇਲੀਆ ਕਿਹੜੇ ਅਰੇਂਜਮੈਂਟਸ ਦਾ ਹਿੱਸਾ ਹੈ। ਦੇ ਬੋਥ ਆਰ ਪਾਰਟ ਆਫ ਵਿਚ ਅਰੇਂਜਮੈਂਟ? ਫਸਟ ਵਨ ਇਜ਼ RCEP, second is Quad, third one is Supply Chain Resilience Initiative, and fourth is India Pacific Economic Forum। ठीक है जी, ये चार ऑप्शंस चों तुसीं दसना भी इंडिया एंड आस्ट्रेलिया इन्हां चारां चों किहदा दोनों पार्ट ने, हिस्सा ने दोनों। RCEP रीजनल कॉम्प्रीहेंसिव इकनॉमिक पार्टनरशिप, ते बाकियां दा पूरा नाम इत्थे लिखिआ। चलो ਇਹਦੇ ਤੁਸੀਂ ਆਨਸਰ ਨਾਲ ਕਮੈਂਟ ਕਰ ਸਕਦੇ ਹੋ, ਅਦਰਵਾਈਜ਼ ਆਪਾਂ ਟੌਪਿਕ ਜਦੋਂ ਕੰਪਲੀਟ ਹੋ ਗਿਆ ਉਹਦੇ ਬਾਅਦ ਆਪਾਂ ਇਹਦਾ ਆਨਸਰ ਡਿਸਕਸ ਕਰਾਂਗੇ। ਗਾਇਜ਼ ਇਹ ਨਿਊਜ਼ ਦੇ ਵਿੱਚ ਕਿਉਂ ਹੈ? ਵਾਈ ਇਟ ਇਜ਼ ਬੀਨ ਇਨ ਨਿਊਜ਼? ਬਿਕੋਜ਼ ਜੋ ਇੰਡੀਆ ਆਸਟ੍ਰੇਲੀਆ ਫ੍ਰੀ ਟ੍ਰੇਡ ਐਗਰੀਮੈਂਟ ਆ, ਜਿਹਨੂੰ ਨਾਂ ਦਿੱਤਾ ਗਿਆ ECTA, ਇਕਨੋਮਿਕ ਕੋਆਪਰੇਸ਼ਨ ਐਂਡ ਟ੍ਰੇਡ ਐਗਰੀਮੈਂਟ। ਯਾਦ ਰੱਖਿਓ ਇਸ ਐਗਰੀਮੈਂਟ ਦਾ ਜੋ ਆਫੀਸ਼ੀਅਲ ਨੇਮ ਹੈ ਦੈਟ ਇਜ਼ ਇਕਨੋਮਿਕ ਕੋਆਪਰੇਸ਼ਨ ਐਂਡ ਟ੍ਰੇਡ ਐਗਰੀਮੈਂਟ। ਇਹ ਸਿੱਧਾ ਕੁਐਸਚਨ ਤੁਹਾਨੂੰ ਪੁੱਛਿਆ ਜਾਣਾ ਪੇਪਰ ਦੇ ਵਿੱਚ, ਚਾਹੇ UPSC ਹੈ ਚਾਹੇ ਪ੍ਰੀ ਆ, ਕੁਐਸਚਨ ਵੀ ਇਹੀ ਹੋਣਾ ਕਿ ECTA ਇਕਨੋਮਿਕ ਕੋਆਪਰੇਸ਼ਨ ਟ੍ਰੇਡ ਐਗਰੀਮੈਂਟ ਇਜ਼ ਰਿਲੇਟਡ ਟੂ ਵਿਚ ਕੰਟਰੀ, ਤੇ ਉੱਥੇ ਧਿਆਨ ਰੱਖਣਾ ਵੀ ਆਸਟ੍ਰੇਲੀਆ ਦੇ ਨਾਲ ਹੈ ਇਹ। ਠੀਕ ਹੈ ਜੀ, ਇਹ ਆਪਾਂ 2022 ਦੇ ਅਪ੍ਰੈਲ ਦੇ ਵਿੱਚ ਇਹਨੂੰ ਸਾਈਨ ਕਰ ਲਿਆ ਸੀ ਦੋਨੋਂ ਕੰਟਰੀਜ਼ ਨੇ, ਐਂਡ ਰੀਸੈਂਟਲੀ ਅ ਡੇ ਬੈਕ ਇਟ ਹੈਜ਼ ਬੀਨ ਰੈਟੀਫਾਈਡ ਬਾਈ ਆਸਟ੍ਰੇਲੀਅਨ ਪਾਰਲੀਮੈਂਟ। ਮਤਲਬ ਉਹਨਾਂ ਨੇ ਇਹਨੂੰ ਰੈਟੀਫਾਈ ਕਰਤਾ, ਦੈਟ ਮੀਨਸ ਹੁਣ ਇਹ ਇੰਪਲੀਮੈਂਟ ਹੋ ਜਾਣਾ। ਠੀਕ ਹੈ ਜੀ, ਤੇ ਜਦੋਂ ਵੀ ਫ੍ਰੀ ਟ੍ਰੇਡ ਐਗਰੀਮੈਂਟਸ ਦੀ ਗੱਲ ਕਰਦੇ ਉਹਨਾਂ ਦਾ ਮਤਲਬ ਹੁੰਦਾ ਵੀ ਜੋ ਆਪਾਂ ਜੇ ਇੰਡੀਆ ਆਸਟ੍ਰੇਲੀਆ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ, ਦੈਟ ਮੀਨਸ ਜੋ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਟ੍ਰੇਡ ਹੋ ਰਿਹਾ, ਜੋ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਵਪਾਰ ਹੋ ਰਿਹਾ, ਉਹਦੇ ਅੰਡਰ ਆਪਾਂ ਜੋ ਵੀ ਸਾਡੀਆਂ ਗੁੱਡਸ ਜਾਂ ਸਾਡੇ ਪ੍ਰੋਡਕਟਸ ਇੰਡੀਆ ਤੋਂ ਆਸਟ੍ਰੇਲੀਆ ਨੂੰ ਜਾ ਰਹੇ ਨੇ, ਜਾਂ ਆਸਟ੍ਰੇਲੀਆ ਤੋਂ ਪ੍ਰੋਡਕਟਸ ਅਸੀਂ ਇੰਪੋਰਟ ਕਰ ਰਹੇ ਹਾਂ, ਉਹਨਾਂ ਦੇ ਉੱਪਰ ਜੋ ਕਸਟਮ ਡਿਊਟੀ ਹੈ, ਜੋ ਸਾਡੇ ਜਦੋਂ ਕਹ ਲਓ ਵੀ ਕੰਟਰੀ ਦੇ ਬਾਰਡਰਸ ਦੇ ਵਿੱਚ ਐਂਟਰ ਕਰਨ ਦੇ ਲਈ ਬਾਹਰੋਂ ਕੋਈ ਪ੍ਰੋਡਕਟ ਆਉਂਦਾ ਐਂਟਰ ਕਰਦਾ, ਉਹਦੇ ਤੇ ਇੱਕ ਕਸਟਮ ਡਿਊਟੀ ਲੱਗਦੀ ਹੈ। ਸੋ ਜਦੋਂ ਆਪਾਂ ਕਿਸੇ ਕੰਟਰੀ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰ ਲੈਂਦੇ ਹਾਂ, ਦੈਟ ਮੀਨਸ ਉਹਦੇ 'ਚ ਆਪਾਂ ਕੁਝ ਪ੍ਰੋਡਕਟ ਸਿਲੈਕਟ ਕਰ ਲੈਂਦੇ ਹਾਂ ਜਿਨ੍ਹਾਂ ਦੇ ਉੱਪਰ ਉਹ ਕਸਟਮ ਡਿਊਟੀ ਨਹੀਂ ਲੱਗਦੀ, ਉਹਨਾਂ ਨੂੰ ਫ੍ਰੀ ਐਂਟਰੈਂਸ ਮਿਲ ਜਾਂਦੀ ਆ ਸਾਡੀਆਂ ਮਾਰਕੀਟਸ ਦੇ ਵਿੱਚ। ਦੈਟ ਇਜ਼ ਵਾਟ ਇਜ਼ ਫ੍ਰੀ ਟ੍ਰੇਡ ਐਗਰੀਮੈਂਟ। ਓਕੇ, ਤੇ ਹੁਣ ਜੋ ਇੰਡੀਆ ਆਸਟ੍ਰੇਲੀਆ ECTA ਹੈ, ਇਹਦੇ ਅੰਡਰ ਆਪਾਂ ਕੀ ਕੁਝ ਕਵਰ ਕੀਤਾ, ਕਿੰਨਾ ਚੀਜ਼ਾਂ ਦੇ ਲਈ ਕਿਹੜੀਆਂ ਕਹਿ ਲਓ ਵੀ ਕਮੋਡਿਟੀਜ਼ ਨੇ ਜਾਂ ਕੁਝ ਪ੍ਰੋਡਕਟਸ ਨੇ ਜਾਂ ਕਿਹੜੇ ਆਰਟੀਕਲਸ ਨੇ ਜਿਨ੍ਹਾਂ ਦੇ ਉੱਪਰ ਆਪਾਂ ਨੂੰ ਇਹ ਫ੍ਰੀ ਟ੍ਰੇਡ ਦਾ ਬੈਨੀਫਿਟ ਮਿਲਣਾ। ਉਹਦੇ 'ਚ ਬੋਥ ਗੁੱਡਸ ਐਜ਼ ਵੈਲ ਐਜ਼ ਸਰਵਿਸਿਜ਼ ਦੋਨੋਂ ਇਨਕਲੂਡਡ ਨੇ। ਗੁੱਡਸ ਦਾ ਮਤਲਬ ਜੋ ਵੀ ਸਾਡੀਆਂ ਵਿਜ਼ੀਬਲ ਗੁੱਡਸ ਨੇ, ਸਾਡੀਆਂ ਇੰਡਸਟਰੀਜ਼ ਪ੍ਰੋਡਿਊਸ ਕਰ ਰਹੀਆਂ ਨੇ, ਜਾਂ ਅਸੀਂ ਕਹਿ ਲਓ ਵੀ ਖੇਤੀਬਾੜੀ ਦੇ ਨਾਲ ਜੋ ਅਸੀਂ ਫੂਡ ਗ੍ਰੇਨਸ ਪ੍ਰੋਡਿਊਸ ਕਰ ਰਹੇ ਹਾਂ, ਜਾਂ ਅਸੀਂ ਸਾਡੇ ਦੁੱਧ ਪੈਦਾ ਕਰ ਰਹੇ ਹਾਂ, ਜਾਂ ਮਿਲਕ ਦੇ ਪ੍ਰੋਡਕਟਸ ਨੇ, ਜਾਂ ਕੁਝ ਵੀ ਹੋਰ ਜੋ ਵਿਜ਼ੀਬਲ ਗੁੱਡਸ ਨੇ ਜੋ ਸਾਨੂੰ ਦਿਖਦੀਆਂ ਨੇ, ਉਹ ਕਵਰ ਨੇ ਇਹਦੇ 'ਚ ਦੋਨਾਂ ਦੇ ਲਈ, ਇੰਡੀਆ ਆਸਟ੍ਰੇਲੀਆ ਦੇ ਲਈ। ਤੇ ਪਲੱਸ ਸਰਵਿਸਿਜ਼ ਮੀਨਸ ਸੇਵਾਵਾਂ ਦੇਣੀਆਂ। ਸੇਵਾਵਾਂ ਮਤਲਬ ਇਹਦੇ 'ਚ ਆਪਣੇ ਕੋਲੇ ਐਜੂਕੇਸ਼ਨ ਆ ਸਕਦੀ ਹੈ, ਇਹਦੇ 'ਚ ਬੈਂਕਿੰਗ ਸਰਵਿਸਿਜ਼ ਆ ਸਕਦੀਆਂ ਨੇ, ਇਹਦੇ 'ਚ ਇੰਸ਼ੋਰੈਂਸ ਸਰਵਿਸਿਜ਼ ਆ ਸਕਦੀਆਂ ਨੇ, ਇਹਦੇ 'ਚ ਲੇਬਰ ਸਰਵਿਸਿਜ਼ ਆ ਸਕਦੀਆਂ ਨੇ। ਮਤਲਬ ਕਿ ਜੋ ਵੀ ਇੰਡੀਆ ਦੀਆਂ ਕੁਝ ਬੈਂਕਸ ਨੇ ਉਹ ਆਸਟ੍ਰੇਲੀਆ 'ਚ ਆਪਰੇਟ ਕਰ ਸਕਦੀਆਂ ਨੇ, ਜਾਂ ਆਸਟ੍ਰੇਲੀਆ ਦੀਆਂ ਬੈਂਕਸ ਜਾਂ ਉੱਥੋਂ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜੋ ਉਹ ਇੰਡੀਆ 'ਚ ਆਪਰੇਟ ਕਰ ਸਕਦੇ ਨੇ। ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨਸ ਨੂੰ ਘਟਾਇਆ ਜਾਣਾ ਇਹਦੇ ਅੰਡਰ। ਠੀਕ ਹੈ ਜੀ, ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰਦੇ ਹਾਂ ਇੰਡੀਆ ਦਾ ਨਾ ਇੱਕ ਆਪਾਂ ਸੌਫਟ ਪਾਵਰ ਦੀ ਗੱਲ ਕਰਦੇ ਹਾਂ, ਉਹਦੇ 'ਚ ਕੀ ਆਉਂਦਾ? ਉਹਦੇ 'ਚ ਜਿਵੇਂ ਆਪਾਂ ਬਹੁਤ ਨਿਊਜ਼ ਦੇ ਵਿੱਚ ਆ ਯੋਗਾ, ਕਿਉਂਕਿ ਸਾਡੇ ਯੋਗਾ ਟੀਚਰਸ ਨੇ ਜਿਹੜੇ ਇੰਡੀਆ ਦੇ, ਉਹ ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਾ ਕੇ ਯੋਗਾ ਕਲਾਸਿਸ ਲੈ ਰਹੇ ਨੇ, ਉੱਥੋਂ ਟੀਚ ਕਰ ਰਹੇ ਨੇ, ਉਹ ਵੀ ਇਜ਼ ਅ ਕਾਈਂਡ ਆਫ ਸਰਵਿਸ। ਠੀਕ ਹੈ ਜੀ, ਤਾਂ ਮਤਲਬ ਸਾਡੇ ਜੋ ਯੋਗਾ ਟੀਚਰਸ ਨੇ ਉਹਨਾਂ ਦੇ ਲਈ ਹੁਣ ਆਸਟ੍ਰੇਲੀਆ 'ਚ ਜਾ ਕੇ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਈਜ਼ੀ ਹੋ ਜਾਣਗੀਆਂ। ਪਲੱਸ ਗੁੱਡਸ ਐਂਡ ਸਰਵਿਸਿਜ਼ ਦੇ ਬਾਅਦ ਕੁਝ ਸੈਨੇਟਰੀ ਐਂਡ ਫਾਈਟੋ ਸੈਨੇਟਰੀ ਮੈਜ਼ਰਸ ਹੁੰਦੇ ਨੇ। ਇਹ ਧਿਆਨ ਰੱਖਿਓ, ਸੈਨੇਟਰੀ ਐਂਡ ਫਾਈਟੋ ਸੈਨੇਟਰੀ ਮੈਜ਼ਰ ਇੱਕ ਪਰਟੀਕੂਲਰ ਟਰਮ ਹੈ, WTO ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਉਹਦੇ ਅੰਡਰ ਇਹ ਟਰਮ ਪ੍ਰੋਵਾਈਡਡ ਹੈ। ਇਹਦਾ ਮੀਨਸ ਕੀ ਹੈ? ਵਟ ਡਜ਼ ਇਟ ਮੀਨ? ਇਟ ਮੀਨਸ ਦੇयर ਆਰ ਸਮ ਰੈਗੂਲੇਸ਼ਨਸ ਵਿਚ ਆਰ ਕੰਸਰਨਡ ਵਿਦ ਦ ਕੁਆਲਿਟੀ ਆਫ ਫੂਡ ਐਂਡ ਹੈਲਥ ਆਫ ਪਲਾਂਟ ਐਂਡ ਐਨੀਮਲਸ। ਠੀਕ ਹੈ ਜੀ, ਜੋ ਆਪਾਂ ਬਾਹਰੋਂ ਫੂਡ ਮੰਗਵਾ ਰਹੇ ਹਾਂ, ਜਾਂ ਕੁਝ ਬਾਹਰੋਂ ਪਲਾਂਟ ਜਾਂ ਐਨੀਮਲਸ ਵੀ ਆਪਾਂ ਕੁਝ ਸਪੀਸ਼ੀਜ਼ ਹੁੰਦੀਆਂ ਨੇ ਬਾਹਰੋਂ ਆਪਾਂ ਮੰਗਵਾਉਂਦੇ ਹਾਂ, ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦੀ ਆਪਣੀ DMH11 ਮਸਟਰਡ ਦੀ ਗੱਲ ਕੀਤੀ ਸੀ ਕੱਲ, ਉਹਦੇ 'ਚ ਆਪਾਂ ਪੜ੍ਹਿਆ ਸੀ ਵੀ ਕੁਝ ਜੀਨਸ ਨੇ ਜਿਹੜੀਆਂ ਬਾਹਰਲੀਆਂ ਕ੍ਰੌਪਸ ਦੇ ਨੇ, ਤਾਂ ਉਹ ਜਦੋਂ ਆਪਾਂ ਬਾਹਰੋਂ ਕੁਝ ਮੰਗਵਾਵਾਂਗੇ ਤਾਂ ਉਹ ਕਵਰ ਹੋਣਗੇ ਸੈਨੇਟਰੀ ਫਾਈਟੋ ਸੈਨੇਟਰੀ ਮੈਜ਼ਰਸ ਦੇ ਅੰਡਰ। ਫੂਡ ਪਲੱਸ ਹੈਲਥ ਆਫ ਪਲਾਂਟਸ and animals।
ठीक है जी। मतलब जे आप जिमें हुण इंडिया ने ਆਪਾਂ ਸਾਊਥ ਅਫਰੀਕਾ ਦੇ ਇੱਕ ਨੇਸ਼ਨ ਤੋਂ ਆਪਾਂ ਰੀਸੈਂਟਲੀ ਟਾਈਗਰਸ ਮੰਗਵਾਏ ਨੇ ਆਪਣੇ ਇੱਧਰ। ਉਹਨਾਂ ਨੂੰ ਕਹਿ ਲਓ ਵੀ ਆਪਣੇ ਜੋ ਟਾਈਗਰ ਪੋਪੂਲੇਸ਼ਨ ਸੀ ਉਹ ਖਤਮ ਹੋ ਚੁੱਕੀ ਸੀ ਇੰਡੀਆ ਦੇ ਵਿੱਚੋਂ, ਉਹਨਾਂ ਨੂੰ ਆਪਾਂ ਇੰਪੋਰਟ ਕੀਤਾ ਇੱਕ ਤਰ੍ਹਾਂ ਨਾਲ, ਠੀਕ ਹੈ ਜੀ। ਤਾਂ ਉਹਨਾਂ ਜੋ ਟਾਈਗਰਸ ਆਪਾਂ ਮੰਗਵਾਏ ਨੇ ਉਹਨਾਂ ਦੀ ਹੈਲਥ ਨੂੰ ਵੀ ਦੇਖਿਆ ਜੋ ਪਹਿਲਾਂ ਵੀ ਉਹ ਹੈਲਦੀ ਨੇ ਕਿ ਨਹੀਂ ਹੈ, ਤੇ ਉਹ ਚੀਜ਼ ਕਿਹਦੇ ਅੰਡਰ ਆਉਂਦੀ ਆ ਸੈਨੇਟਰੀ ਐਂਡ ਫਾਈਟੋ ਸੈਨੇਟਰੀ ਮੈਜ਼ਰਸ ਦੇ ਅੰਡਰ। ਓਕੇ, ਦੈਨ ਇੱਕ ਨੈਕਸਟ ਜਦੋਂ ਆਪਾਂ ਫ੍ਰੀ ਟ੍ਰੇਡ ਐਗਰੀਮੈਂਟਸ ਕਰਦੇ ਹਾਂ ਉਹਦੇ ਚ ਕੁਛ ਹੁੰਦਾ ਵੀ ਬਾਈਲੇਟਰਲ ਇਨਵੈਸਟਮੈਂਟ, ਵੀ ਇੰਡੀਅਨ ਇਨਵੈਸਟਰਸ ਨੇ ਜਿਹੜੇ ਉਹ ਆਸਟ੍ਰੇਲੀਆ 'ਚ ਇਨਵੈਸਟ ਕਰ ਸਕਦੇ ਨੇ, ਜਾਂ ਆਸਟ੍ਰੇਲੀਅਨ ਇਨਵੈਸਟਰਸ ਨੇ ਜਿਹੜੇ ਉਹ ਇੰਡੀਆ 'ਚ ਇਨਵੈਸਟ ਕਰ ਸਕਦੇ ਨੇ ਕਿ ਨਹੀਂ, ਉਹਦੇ ਲਈ ਵੀ ਕੁਝ ਪ੍ਰੋਵੀਜ਼ਨਸ ਹੁੰਦੀਆਂ ਨੇ। ਬਟ ਇਸ ਜੋ ਆਪਣਾ ECTA ਸਾਈਨ ਹੋਇਆ ਉਹਦੇ ਅੰਡਰ ਇਦਾਂ ਦੀ ਕੋਈ ਪ੍ਰੋਵੀਜ਼ਨ, ਕੋਈ ਡਿਸਕਸ਼ਨ ਉਸ ਬਾਈਲੇਟਰਲ ਇਨਵੈਸਟਮੈਂਟ ਤੇ ਨਹੀਂ ਹੋਈ। ਇਹ ਗੱਲ ਧਿਆਨ 'ਚ ਰੱਖਿਓ ਵੀ ECTA ਐਜ਼ ਆਫ ਨਾਓ ਡਜ਼ਨਟ ਕਵਰ ਐਨੀ ਕਾਈਂਡ ਆਫ ਬਾਈਲੇਟਰਲ ਇਨਵੈਸਟਮੈਂਟ ਪ੍ਰੋਟੈਕਸ਼ਨ, ਠੀਕ ਹੈ ਜੀ। ਇਨਵੈਸਟਮੈਂਟ ਨੂੰ ਕਿਸੇ ਤਰ੍ਹਾਂ ਦੀ ਸਪੈਸੀਫਿਕ ਪ੍ਰੋਟੈਕਸ਼ਨ ਇਹਦੇ ਅੰਡਰ ਨਹੀਂ ਪ੍ਰੋਵਾਈਡ ਕੀਤੀ ਗਈ, ਇਹ ਗੱਲ ਧਿਆਨ 'ਚ ਰੱਖਿਓ। ਦੈਨ ਨੈਕਸਟ ਸਾਡਾ ਹੈ ਐਗਰੀਮੈਂਟ ਅਸੀਂ ਸਾਈਨ ਕਰ ਲਿਆ, ਉਹਦੇ ਸਾਨੂੰ ਬੈਨੀਫਿਟਸ ਕੀ ਹੋਣਗੇ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਫਰੋਮ ਦ ਪੁਆਇੰਟ ਆਫ ਵਿਊ ਆਫ ਇੰਡੀਆ, ਫਰੋਮ ਇੰਡੀਆਜ਼ ਪੁਆਇੰਟ ਆਫ ਵਿਊ, ਇੰਡੀਆ ਦੇ ਜੋ ਪ੍ਰੋਡਕਟਸ ਨੇ ਜੋ ਆਸਟ੍ਰੇਲੀਆ ਨੂੰ ਜਾ ਰਹੇ ਨੇ ਉਹਨਾਂ ਚੋਂ 98% ਆਫ ਜੋ ਪ੍ਰੋਡਕਟਸ ਨੇ ਉਹਨਾਂ ਨੂੰ ਫ੍ਰੀ ਮਾਰਕੀਟ ਐਕਸੈਸ ਮਿਲ ਜਾਣੀ ਹੈ ਆਸਟ੍ਰੇਲੀਆ ਦੀ, ਠੀਕ ਹੈ ਜੀ। ਤੇ ਇਨ ਦ ਰਿਟਰਨ ਆਸਟ੍ਰੇਲੀਆ ਦੇ ਆਲਮੋਸਟ 90 ਪ੍ਰੋਡਕਟਸ ਨੂੰ ਇੰਡੀਅਨ ਮਾਰਕੀਟਸ ਦੀ ਡਿਊਟੀ ਫ੍ਰੀ ਐਕਸੈਸ ਮਿਲ ਜਾਣੀ ਆ। ਦੈਨ ਆਸਟ੍ਰੇਲੀਆ ਤੋਂ ਮਤਲਬ ਜੋ ਸਾਡੀ ਬਾਈਲੇਟਰਲ ਟ੍ਰੇਡ ਹੈ ਉਹਦੇ ਕੀ ਮੇਜਰ ਕੰਪੋਨੈਂਟਸ ਕੀ ਨੇ, ਮਤਲਬ ਜ਼ਿਆਦਾ ਅਸੀਂ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਤੋਂ ਕਿਹੜੇ ਪ੍ਰੋਡਕਟਸ ਨੇ, ਕਿਹੜੀਆਂ ਚੀਜ਼ਾਂ ਨੇ ਜੋ ਅਸੀਂ ਇੰਪੋਰਟ ਕਰਦੇ ਹਾਂ। ਉਹਨਾਂ 'ਚ ਮੋਸਟਲੀ ਰॉ ਮਟੀਰੀਅਲ ਹੈ, ਮੋਸਟਲੀ ਇੰਟਰਮੀਡੀਏਟ ਗੁੱਡਸ ਨੇ ਜੋ ਅਸੀਂ ਸਾਡੇ ਫਾਈਨਲ ਪ੍ਰੋਡਕਟਸ ਬਣਾਉਣ ਦੇ ਲਈ ਯੂਜ਼ ਕਰਦੇ ਹਾਂ। ਕਿਹੜੀਆਂ ਨੇ ਉਹ? ਲਾਈਕ ਕੋਲ ਹੋ ਗਿਆ, ਦੈਨ ਸਟੀਲ, ਦੈਨ ਵਾਈਨਸ, ਦੈਨ ਵੂਲ, ਕਿਉਂਕਿ ਕੈਨੇਡਾ ਦੇ ਵਿੱਚ ਜੋ ਆਸਟ੍ਰੇਲੀਆ ਦੇ ਵਿੱਚ ਕਹਿ ਲਓ ਸ਼ੀਪ ਰੇਅਰਿੰਗ ਬਹੁਤ ਪੋਪੂਲਰ ਆ, ਤੇ ਉਸ ਕਰਕੇ ਉੱਥੋਂ ਦੀ ਇੱਕ ਸਪੈਸ਼ਲ ਇੱਕ ਮੈਰੀਨੋ ਵੂਲ ਬਹੁਤ ਮਸ਼ਹੂਰ ਆ, ਉੱਥੋਂ ਦੀ ਫੇਮਸ ਹੈ ਮੈਰੀਨੋ ਵੂਲ, ਠੀਕ ਹੈ ਜੀ। ਤੇ ਮਤਲਬ ਜੋ ਅਸੀਂ ਆਪਣੇ ਇੱਧਰ ਅੱਗੇ ਟੈਕਸਟਾਈਲਸ ਬਣਾਉਣੇ ਨੇ, ਪ੍ਰੋਡਿਊਸ ਕਰਨੇ ਨੇ, ਉਹਨਾਂ ਦੇ ਲਈ ਵੂਲ ਆਪਾਂ ਉੱਥੋਂ ਮੰਗਵਾਉਂਦੇ ਆ। ਸੋ ਇਹ ਕੁਝ ਇੰਪੋਰਟੈਂਟ ਪ੍ਰੋਡਕਟਸ ਨੇ ਜਿਹੜੇ ਆਪਾਂ ਆਸਟ੍ਰੇਲੀਆ ਤੋਂ ਇੰਪੋਰਟ ਕਰਦੇ ਆ। ਦੈਨ ਇੰਡੀਆ ਤੇ ਆਸਟ੍ਰੇਲੀਆ ਦੇ ਜੋ ਬਾਈਲੇਟਰਲ ਟ੍ਰੇਡ ਹੋ ਰਹੀ ਹੈ ਕਰੰਟਲੀ ਇਜ਼ ਅਬਾਊਟ $30 ਬਿਲੀਅਨ। $30 ਬਿਲੀਅਨ ਦੀ ਜੋ ਟ੍ਰੇਡ ਬਾਈਲੇਟਰਲ ਟ੍ਰੇਡ ਹੋ ਰਹੀ ਹੈ, ਤੇ ਜੋ ਸਾਡਾ ECTA ਆਪਾਂ ਰੀਸੈਂਟਲੀ ਸਾਈਨ ਕੀਤਾ ਇਹਦੇ ਅੰਡਰ ਇਟ ਇਜ਼ ਐਕਸਪੈਕਟਡ, ਇੰਡੀਆ ਐਕਸਪੈਕਟ ਕਰ ਰਿਹਾ ਕਿ ਇਨ ਨੈਕਸਟ 5 years ਵੀ ਵਿਲ ਇਨਕਰੀਜ਼ ਇਟ ਅਪ ਟੂ $50 ਬਿਲੀਅਨ, ਠੀਕ ਹੈ ਜੀ। ਤੇ ਇਸੇ ਟੌਪਿਕ ਦੇ ਨਾਲ ਰਿਲੇਟਡ ਇੱਕ ਟੌਪਿਕ ਹੈ China+1 ਇਨੀਸ਼ੀਏਟਿਵ ਔਰ China+1 ਸਟ੍ਰੈਟੇਜੀ। ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਸਾਡੇ ਪੇਪਰ ਦੇ ਲਈ, ਉਹ ਚਾਹੇ PCS ਆ ਚਾਹੇ UPSC ਆ, ਕਿਉਂਕਿ China+1 ਜੇ ਆਪਾਂ ਸਿਰਫ ਨਾਮ ਦੇ ਅਕੋਰਡਿੰਗ ਜੇ ਆਪਾਂ ਇਹਨੂੰ ਨਹੀਂ ਪੜ੍ਹਿਆ ਤਾਂ ਆਪਾਂ ਸਿਰਫ ਨਾਮ ਦੇ ਅਕੋਰਡਿੰਗ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਥੋੜਾ ਡਿਫਿਕਲਟ ਹੈ। ਬਟ ਜਦੋਂ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਕਲੀਅਰ ਹੋ ਜਾਂਦਾ ਵੀ ਚੀਜ਼ ਕੀ ਹੈ, ਉਹੀ ਆਪਾਂ ਡਿਸਕਸ ਕਰਾਂਗੇ। China+1 ਸਟ੍ਰੈਟੇਜੀ ਦਾ ਮਤਲਬ ਹੈ, ਕਿਉਂਕਿ ਹਲੇ ਤੱਕ ਜੇ ਆਪਾਂ ਜੋ ਕਰੰਟ ਸਿਚੁਏਸ਼ਨ ਆ ਦੇਖੀਏ ਤਾਂ ਜੋ ਚਾਈਨਾ ਨਾ ਉਹਨੂੰ ਆਪਾਂ ਵਰਲਡ ਦਾ ਇੱਕ ਸਪਲਾਈ ਚੇਨ ਦਾ ਇੱਕ ਡੋਮੀਨੈਂਟ ਪਲੇਅਰ ਮੰਨ ਸਕਦੇ ਹਾਂ, ਵੀ ਵਰਲਡ ਦੇ ਵਿੱਚ ਕੋਈ ਇਦਾਂ ਦੀ ਕੋਈ ਕੰਟਰੀ, ਕੋਈ ਇਦਾਂ ਦਾ ਰੀਜਨ ਨਹੀਂ ਹੋਣਾ ਜਿੱਥੇ ਚਾਈਨਾ ਤੋਂ ਕੋਈ ਪ੍ਰੋਡਕਟ ਨਹੀਂ ਜਾ ਰਿਹਾ, ਠੀਕ ਹੈ ਜੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਚਾਈਨਾ ਨੇ ਆਪਣੀਆਂ ਲੇਬਰ ਮਾਰਕੀਟਸ ਕਹਿ ਲਓ ਜਾਂ ਇਨਵੈਸਟਮੈਂਟ ਮਾਰਕੀਟਸ ਕਹਿ ਲਓ, ਇਦਾਂ ਦੀਆਂ ਪਾਲਿਸੀਜ਼ ਬਣਾਈਆਂ ਨੇ ਵੀ ਫੋਰਨ ਇਨਵੈਸਟਮੈਂਟ, ਫੋਰਨ ਕੰਪਨੀਜ਼ ਨੇ ਜੋ ਮਲਟੀਨੈਸ਼ਨਲ ਕੰਪਨੀਜ਼ ਨੇ ਉਹ ਆਸਟ੍ਰੇਲੀਆ ਚਾਈਨਾ ਜਾ ਕੇ ਇਨਵੈਸਟ ਕਰਦੀਆਂ ਨੇ, ਆਪਣੀ ਪ੍ਰੋਡਕਸ਼ਨ ਨੂੰ ਉੱਥੇ ਯੂਨਿਟਸ, ਆਪਣੀਆਂ ਪ੍ਰੋਡਕਸ਼ਨ ਯੂਨਿਟਸ ਸੈਟਅਪ ਕਰਦੀਆਂ ਨੇ ਤੇ ਆਪਣੇ ਪ੍ਰੋਡਕਟਸ ਨੂੰ ਥਰੂ ਆਊਟ ਦਾ ਵਰਲਡ ਉੱਥੋਂ ਉਹ ਸ਼ਿਪਮੈਂਟਸ ਕਰਦੇ ਨੇ ਉਹਨਾਂ ਦੀ। ਬਟ ਹੁਣ ਕੀ ਹੋ ਰਿਹਾ? ਹੁਣ China+1, ਕਿਉਂਕਿ ਆਪਾਂ ਕੋਵਿਡ ਦੇ ਦੌਰਾਨ ਦੇਖਿਆ ਵੀ ਜਦੋਂ ਆਪਾਂ ਕਿਸੇ ਇੱਕੋ ਸੋਰਸ ਦੇ ਉੱਪਰ ਡਿਪੈਂਡ ਕਰਦੇ ਆ ਨਾ ਕਿਸੇ ਵੀ ਚੀਜ਼ ਲਈ, ਤੇ ਉਹਨੂੰ ਬਹੁਤ ਖਤਰੇ ਹੋ ਜਾਂਦੇ ਨੇ। ਮਤਲਬ ਜੇ ਉਹਦੇ ਵਿੱਚ ਥੋੜੀ ਬਹੁਤ ਕੋਈ ਇਦਾਂ ਦਾ ਕੋਈ ਕਹਿ ਲਓ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹਦੇ ਨਾਲ ਪੂਰੀ ਦੀ ਪੂਰੀ ਜੋ ਸਾਡੀ ਗਲੋਬਲ ਇੱਕ ਜੋ ਸਥਿਤੀ ਹੈ, ਇੱਕ ਸਿਚੁਏਸ਼ਨ ਹੈ, ਉਹਦੇ ਤੇ ਇਫੈਕਟ ਪੈਂਦੇ ਨੇ ਉਹਦੇ। ਇਹੀ ਕੋਵਿਡ ਦੇ ਦੌਰਾਨ ਹੋਇਆ। ਕੋਵਿਡ ਦੇ ਦੌਰਾਨ ਕਹਿ ਲਓ ਵੀ ਏਅਰਲਾਈਨਸ ਰੋਕਤੀਆਂ ਗਈਆਂ, ਸ਼ਿਪਸ ਜਾਂਦੀਆਂ ਸੀ ਉਹ ਰੋਕ ਦਿੱਤੀਆਂ ਗਈਆਂ, ਜਿਹਦੇ ਕਰਕੇ ਕੁਝ ਵਾਈਟਲ ਪ੍ਰੋਡਕਟ ਸੀਗੇ ਹਰ ਇੱਕ ਕੰਟਰੀ ਦੇ ਲਈ ਜ਼ਰੂਰੀ ਸੀ, ਉਹਨਾਂ ਦੇ ਲਈ ਜੋ ਰॉ ਮਟੀਰੀਅਲ ਸੀ ਉਹ ਰੁਕ ਗਿਆ, ਕਿਉਂਕਿ ਉਹ ਸਾਰਾ ਇੱਕੋ ਥਾਂ ਤੋਂ ਆ ਰਿਹਾ ਸੀ, ਉਹ ਚਾਈਨਾ ਤੋਂ ਆ ਰਿਹਾ ਸੀ। ਸੋ ਉਸ ਚੀਜ਼ ਨੂੰ ਓਵਰਕਮ ਕਰਨ ਦੇ ਲਈ, ਉਸ ਚੀਜ਼ ਦਾ ਇੱਕ ਆਲਟਰਨੇਟਿਵ ਲੈ ਕੇ ਆਲਟਰਨੇਟਿਵ ਪ੍ਰੋਵਾਈਡ ਕਰਨ ਦੇ ਲਈ ਜੋ ਕੁਝ ਗਲੋਬਲ
ਪੋਲਿਸੀ ਮੇਕਰਸ ਨੇ ਜਾਂ MNCs ਕਹਿ ਲਓ, ਜੋ ਮਲਟੀਨੈਸ਼ਨਲ ਕੰਪਨੀਜ਼ ਨੇ, ਉਹਨਾਂ ਨੇ ਇੱਕ ਸਟ੍ਰੈਟਜੀ ਲਿਆਂਦੀ ਆ ਚਾਈਨਾ +1 ਸਟ੍ਰੈਟਜੀ। ਇਹਦੇ ਅੰਡਰ ਕੀ ਹੋਣਾ, ਜੋ ਮਲਟੀਨੈਸ਼ਨਲ ਕੰਪਨੀਜ਼ ਨੇ ਉਹ ਆਪਣੀ ਇਨਵੈਸਟਮੈਂਟ ਨੂੰ ਸਿਰਫ ਚਾਈਨਾ ਤੱਕ ਸੀਮਤ ਨਹੀਂ ਰੱਖਣਗੇ। they will not just limited to the Chinese markets to for their investments, okay। ਉਹ ਆਪਣੀਆਂ ਇਨਵੈਸਟਮੈਂਟਸ ਨੂੰ ਕੁਝ ਹੋਰ ਕੰਟਰੀਜ਼ ਦੇ ਵਿੱਚ, ਕੁਝ ਹੋਰ ਮਾਰਕੀਟਸ ਦੇ ਵਿੱਚ ਇਨਵੈਸਟ ਕਰਨਗੇ, ਨਿਵੇਸ਼ ਕਰਨਗੇ, ਉੱਥੇ ਆਪਣੇ ਸੈਟਅਪ, ਆਪਣੇ ਯੂਨਿਟਸ ਨੂੰ ਸੈਟਅਪ ਕਰਨਗੇ, ਤਾਂ ਕਿ ਇੱਕ ਕਹਿ ਲਓ ਵੀ ਡਾਈਵਰਸੀਫਾਈਡ ਸਪਲਾਈ ਚੇਨਸ ਇਸ ਵਰਲਡ ਨੂੰ ਪ੍ਰੋਵਾਈਡ ਕੀਤੀਆਂ ਜਾਣ। that is all about China +1 strategy, under which MNCs avoid investing only in China and diversify their business to alternative destinations। ਤੇ ਇਹਦਾ ਇੰਡੀਆ ਆਸਟ੍ਰੇਲੀਆ ਫ੍ਰੀ ਟ੍ਰੇਡ ਐਗਰੀਮੈਂਟ ਦੇ ਨਾਲ ਕੀ ਰਿਲੇਸ਼ਨ ਹੈ, ਕੀ ਲੈਣ ਦੇਣ ਹੈ? ਕਿਉਂਕਿ ਜੇ ਅਸੀਂ ਇੰਡੀਆ ਆਸਟ੍ਰੇਲੀਆ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ, ਉਹਨਾਂ ਨੂੰ ਆਪਾਂ ਇਹਦੇ ਅੰਡਰ ਇਨਵੈਸਟਮੈਂਟ ਦੇ ਲਈ ਕੁਝ ਵਧੀਆ ਆਪਾਂ ਇੱਥੋਂ ਦੀਆਂ ਪਾਲਿਸੀਜ਼ ਪ੍ਰੋਵਾਈਡ ਕਰ ਰਹੇ ਹਾਂ, ਤਾਂ ਇਹਦਾ ਮਤਲਬ ਇਹ ਵੀ ਜੋ ਆਸਟ੍ਰੇਲੀਅਨ ਕੰਪਨੀਜ਼ ਨੇ ਉਹ ਚਾਈਨਾ ਦੀ ਥਾਂ ਤੇ ਇੰਡੀਆ 'ਚ ਇਨਵੈਸਟ ਕਰਨਗੀਆਂ, ਤੇ ਬਾਕੀ ਹੋਰ MNCs ਨੂੰ ਵੀ ਉਹ ਅਟਰੈਕਟ ਕਰੂ, ਉਹ ਵੀ ਇੱਥੇ ਆਪਣੀ ਇਨਵੈਸਟਮੈਂਟ ਵਧਾਉਣਗੀਆਂ। ਕਿਉਂਕਿ ਇੰਡੀਆ is one among such destinations ਜੋ ਚਾਈਨਾ ਦੇ ਆਲਟਰਨੇਟਿਵ ਦੇ ਤੌਰ ਤੇ ਗਰੋ ਕਰ ਰਿਹਾ। ਠੀਕ ਹੈ ਜੀ, that's about China +1 ਇਨੀਸ਼ੀਏਟਿਵ। ਤੇ ਫਿਰ ਆਪਾਂ ਆਪਣੇ ਕੁਐਸਚਨ ਤੇ ਆਈਏ, ਜੋ ਇਸ ਟੌਪਿਕ ਦਾ ਕੁਐਸਚਨ ਸੀ, to which among the following arrangements both India and Australia are members। ਕਈ ਬੱਚਿਆਂ ਨੇ ਇਹਦਾ ਆਨਸਰ ਕੀਤਾ ਡੀ, ਆਨਸਰ ਕਹਿ ਰਿਹਾ ਡੀ, ਮਤਲਬ 2, 3 and 4, 2, 3 and 4। RCP ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ, ਇਹ ਦਾ ਆਨਸਰ ਨਹੀਂ ਹੈ। ਫਸਟ ਸਟੇਟਮੈਂਟ ਗਲਤ ਹੈ, ਫਸਟ ਆਪਸ਼ਨ ਗਲਤ ਹੈ। ਕਿਉਂ ਗਲਤ ਹੈ? ਕਿਉਂਕਿ ਇੰਡੀਆ ਨੇ ਲਾਸਟ ਈਅਰ ਜਦੋਂ RCEP ਦਾ ਇੰਡੀਆ ਪਹਿਲਾਂ ਡਿਸਕਸ਼ਨਸ ਟਾਈਮ ਤੇ ਇੰਡੀਆ ਉਹਦਾ ਪਾਰਟ ਸੀ, ਬਟ ਜਦੋਂ ਉਹਨੂੰ ਇੰਪਲੀਮੈਂਟ ਕਰਨਾ ਸੀ ਇੰਡੀਆ ਉਹਦੇ ਚੋਂ ਬੈਕ ਆਊਟ ਕਰ ਗਿਆ, ਕੁਝ ਰੀਜ਼ਨਸ ਕਰਕੇ ਇੰਡੀਆ ਨੇ RCEP ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਦੈਟ ਮੀਨਸ ਇੰਡੀਆ ਇਜ਼ ਨਾਟ ਅ ਮੈਂਬਰ ਟੂ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ, ਇਹ ਧਿਆਨ 'ਚ ਰੱਖਿਓ। ਤੇ ਕੁਐਡ ਸਾਨੂੰ ਪਤਾ 4 ਨੇਸ਼ਨਸ ਨੇ, ਉਹਨਾਂ ਦਾ ਇੱਕ ਗਰੁੱਪ ਹੈ, ਇੰਡੀਆ ਹੈ, US ਹੈ, ਆਸਟ੍ਰੇਲੀਆ ਐਂਡ ਜਾਪਾਨ ਹੈ। ਠੀਕ ਹੈ ਜੀ, ਇੰਡੀਆ, US, ਆਸਟ੍ਰੇਲੀਆ ਐਂਡ ਜਾਪਾਨ, ਇਹ 4 ਨੇਸ਼ਨਸ ਨੇ ਜਿਹੜੇ ਇਕੱਠੇ ਹੋ ਕੇ ਇੱਕ ਗਰੁੱਪਿੰਗ ਬਣਾਈ ਆ ਜਿਨ੍ਹਾਂ ਨੇ ਕੁਐਡ। ਕੁਆਡਰਿਲੇਟਰਲ ਦਾ ਮਤਲਬ ਵੀ 4 ਸਾਈਡਾਂ ਵਾਲਾ ਹੁੰਦਾ, ਤੇ 4 ਨੇਸ਼ਨ ਨੇ ਇਹਦੇ ਵਿੱਚ। ਫਿਰ ਨੈਕਸਟ ਆਉਂਦਾ ਸਪਲਾਈ ਚੇਨ ਰੈਜ਼ੀਲੀਅੰਸ ਇਨੀਸ਼ੀਏਟਿਵ, ਇਹ 2021 ਦੇ ਵਿੱਚ ਪ੍ਰਪੋਜ਼ ਕੀਤਾ। ਏਸ਼ੀਆ, ਜੋ ਆਪਣਾ ਏਸ਼ੀਆ ਪੈਸੀਫਿਕ ਆ, ਉਹਦੇ ਵਿੱਚ ਸਪਲਾਈ ਚੇਨਸ ਨੇ ਜਿਹੜੀਆਂ, ਉਹਨਾਂ ਨੂੰ ਰੈਜ਼ੀਲੀਅੰਸ, ਉਹਨਾਂ ਨੂੰ ਇੱਕ ਕਹਿ ਲਓ ਵੀ ਰੈਜ਼ਿਸਟੈਂਸ ਪ੍ਰੋਵਾਈਡ ਕਰਨ ਦੇ ਲਈ, ਜਿਵੇਂ ਆਪਾਂ ਕੋਵਿਡ ਦੇ ਦੌਰਾਨ ਦੇਖਿਆ ਵੀ ਉਸ ਤਰ੍ਹਾਂ ਉਹ ਅਫੈਕਟ ਨਾ ਹੋਣ, ਇਹ ਕਿਹਨਾਂ ਨੇ ਪ੍ਰੋਵਾਈਡ ਕੀਤਾ? ਇਟ ਇਜ਼ ਪ੍ਰੋਵਾਈਡਡ ਬਾਏ, ਇਹਦੇ ਲਈ 3 ਨੇਸ਼ਨਸ ਨੇ, ਇੰਡੀਆ, ਜਾਪਾਨ ਐਂਡ ਆਸਟ੍ਰੇਲੀਆ। ਠੀਕ ਹੈ ਜੀ, ਇਹ ਧਿਆਨ 'ਚ ਰੱਖਿਓ। ਸਪਲਾਈ ਚੇਨ ਰੈਜ਼ੀਲੀਅੰਸ ਇਨੀਸ਼ੀਏਟਿਵ has been implemented by 3 nations together, these are India, Japan and Australia। ਕਾਹਦੇ ਲਈ ਹੈ ਇਹ? ਚਾਈਨਾ ਨੂੰ, ਚਾਈਨਾ ਦੀ ਸਪਲਾਈ ਚੇਨਸ ਨੂੰ ਇੱਕ ਆਲਟਰਨੇਟਿਵ ਪ੍ਰੋਵਾਈਡ ਕਰਨ ਦੇ ਲਈ, ਤਾਂ ਕਿ ਚਾਈਨਾ ਦੇ ਉੱਪਰ ਡਿਪੈਂਡੈਂਸ ਘਟ ਸਕੇ, ਸਪੈਸ਼ਲੀ ਫॉर ਏਸ਼ੀਆ ਪੈਸੀਫਿਕ ਰੀਜਨ। ਦੈਨ ਲਾਸਟ ਵਨ ਇਜ਼ ਇੰਡੋ ਪੈਸੀਫਿਕ ਇਕਨੋਮਿਕ ਫੋਰਮ। ਜੋ ਇੰਡੋ ਪੈਸੀਫਿਕ ਇਕਨੋਮਿਕ ਫੋਰਮ ਆ, ਇਹ 2020 ਦੇ ਵਿੱਚ, 2020 ਦੇ ਵਿੱਚ US ਨੇ ਪ੍ਰਪੋਜ਼ ਕੀਤਾ ਸੀ। US ਲੈਡ ਇਨੀਸ਼ੀਏਟਿਵ ਹੈ ਇਹ, ਬਾਏ ਯੂਨਾਈਟਿਡ ਸਟੇਟਸ ਆਫ ਅਮਰੀਕਾ। ਤੇ ਇਹਦੇ ਅੰਡਰ ਟੋਟਲ 14 ਮੈਂਬਰਸ ਨੇ, ਉਹਨਾਂ ਦੇ ਵਿੱਚੋਂ ਇੰਡੀਆ ਐਂਡ ਆਸਟ੍ਰੇਲੀਆ ਉਸ 14 ਦਾ ਪਾਰਟ ਨੇ। ਠੀਕ ਹੈ ਜੀ, ਕਿੰਨਾ ਨੇ ਪ੍ਰਪੋਜ਼ ਕੀਤਾ? ਕੌਣ ਇਹਨੂੰ ਇਨੀਸ਼ੀਏਟਿਵ ਲੀਡ ਕਰ ਰਿਹਾ? ਇਟ ਇਜ਼ ਲੈਡ ਬਾਏ USA। ਧਿਆਨ 'ਚ ਰੱਖਿਓ, ਇਹ ਗੱਲ ਇੰਪੋਰਟੈਂਟ ਹੈ, ਪੇਪਰ 'ਚ ਵੀ ਪੁੱਛਿਆ ਜਾ ਸਕਦਾ। ਮਤਲਬ ਹੁਣ ਇਹਦੇ 'ਚ ਆਪਾਂ ਦੇਖੋ, ਇੰਡੀਆ ਆਸਟ੍ਰੇਲੀਆ ਫ੍ਰੀ ਟ੍ਰੇਡ ਦੇ ਅੰਡਰ ਆਪਾਂ ਸਪਲਾਈ ਚੇਨ ਰੈਜ਼ੀਲੀਅੰਸ ਵੀ ਡਿਸਕਸ ਕਰ ਲਿਆ, ਆਪਾਂ ਇੰਡੋ ਪੈਸੀਫਿਕ ਇਕਨੋਮਿਕ ਫੋਰਮ ਵੀ ਡਿਸਕਸ ਕਰ ਲਿਆ ਸਾਡੇ ਪ੍ਰੀ ਦੇ ਪੁਆਇੰਟ ਆਫ ਵਿਊ ਤੋਂ। ਪ੍ਰੀ 'ਚ ਇਹਦੇ ਤੋਂ ਬਾਹਰ ਕੁਝ ਨਹੀਂ ਪੁੱਛਿਆ ਜਾਊ, ਇਹੀ ਪੁੱਛਿਆ ਜਾਊ। ਸੋ ਇਹ ਜੋ ਦੋਨੋਂ ਪੁਆਇੰਟਸ ਨੇ ਤੁਸੀਂ ਨੋਟ ਡਾਊਨ ਕਰ ਲਿਓ। ਤੇ ਨੈਕਸਟ ਸਾਡਾ ਟੌਪਿਕ ਹੈ ਜੋ ਅੱਜ ਦੀ ਡਿਸਕਸ਼ਨ ਦਾ, ਦੈਟ ਇਜ਼ ਗਲਫ ਕੋਆਪਰੇਸ਼ਨ ਕਾਉਂਸਲ। ਹਾਂਜੀ, PV 76 ਵਾਲੇ ਇਹ C ਆਪਸ਼ਨ ਦੇ ਰਹੇ ਸੀ, ਉਹਦਾ ਆਨਸਰ C ਨਹੀਂ ਹੈ ਬੇਟਾ, ਉਹਦਾ ਆਨਸਰ ਹੈ D। ਹਾਂਜੀ, 2, 3 and 4 ਇੰਡੋ ਪੈਸੀਫਿਕ ਇਕਨੋਮਿਕ ਫੋਰਮ, ਜੋ ਮੈਂ ਤੁਹਾਨੂੰ ਦੱਸਤਾ, ਉਹਦੇ 'ਚ ਵੀ ਇੰਡੀਆ ਤੇ ਆਸਟ੍ਰੇਲੀਆ ਉਹਦੇ ਵਿੱਚ ਪਾਰਟਿਸਿਪੇਟਡ ਨੇ। ਠੀਕ ਹੈ ਜੀ, 2, 3 and 4 ਵਧੀਆ ਤੁਸੀਂ ਆਨਸਰ ਕਰ ਰਹੇ ਹੋ। ਚਲੋ ਗਲਤ ਕਰ ਰਹੇ ਹੋ ਤਾਂ ਵੀ ਕੋਈ ਚੱਕਰ ਨਹੀਂ ਹੈ, ਬਟ ਆਨਸਰ ਕਰਾਂਗੇ ਤਾਂ ਸਾਨੂੰ ਪਤਾ ਲੱਗੂ ਉਸ ਚੀਜ਼ ਦਾ। ਠੀਕ ਹੈ ਜੀ, ਤੇ ਨੈਕਸਟ ਸਾਡਾ ਜੋ ਟੌਪਿਕ ਹੈ ਦੈਟ ਇਜ਼ ਗਲਫ ਕੋਆਪਰੇਸ਼ਨ ਕਾਉਂਸਲ। GCC ਇੱਕ ਬੋਡੀ ਹੈ ਇੰਟਰਨੈਸ਼ਨਲ ਲੈਵਲ ਦੀ, ਕਹਿ ਲਓ ਵੀ
ਇੰਟਰਨੈਸ਼ਨਲ ਦੀ ਇੱਕ ਰੀਜਨਲ ਬੋਡੀ ਹੈ ਇਹ, ਤੇ 6 ਨੇਸ਼ਨਸ ਨੇ ਇਕੱਠੇ ਹੋ ਕੇ ਬਣਾਈ ਆ। ਇਹ ਵੀ ਬਹੁਤ ਨਿਊਜ਼ ਦੇ ਵਿੱਚ ਰਹਿੰਦੀ ਆ। ਗਲਫ ਕੋਆਪਰੇਸ਼ਨ ਕਾਉਂਸਲ ਹਮੇਸ਼ਾ ਹੀ ਨਿਊਜ਼ ਦੇ ਵਿੱਚ ਹੁੰਦੀ ਆ। ਇਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਖਾੜੀ ਸਹਿਯੋਗ ਕਾਉਂਸਲ, ਕਿਉਂਕਿ ਗਲਫ ਦਾ ਮਤਲਬ ਹੁੰਦਾ ਖਾੜੀ, ਠੀਕ ਹੈ ਜੀ। ਖਾੜੀ ਜੋ ਅਰੇਬੀਅਨ ਰੀਜਨ ਆ ਨਾ, ਪੈਨਿਨਸੂਲਾ, ਉਹਦੇ ਵਿੱਚ ਕੁਝ 6-7 ਕੰਟਰੀਜ਼ ਨੇ ਉਹਦੇ ਅਰਾਊਂਡ, ਉਹਨਾਂ ਨੇ ਇਕੱਠੇ ਹੋ ਕੇ ਇਹ ਬੋਡੀ ਬਣਾਇਆ, ਕਿਉਂਕਿ ਅਰੇਬੀਅਨ ਰੀਜਨ ਨੂੰ ਆਪਾਂ ਉਹ ਜਿਹੜਾ ਰੀਜਨ ਉਹਨੂੰ ਆਪਾਂ ਗਲਫ ਦਾ ਰੀਜਨ ਕਹਿ ਦਿੰਦੇ ਆ। ਤੇ ਉਹਦੇ ਅਰਾਊਂਡ ਜੋ ਕੁਝ 6-7 ਕੰਟਰੀਜ਼ ਨੇ, 6 ਕੰਟਰੀਜ਼ ਨੇ, ਉਹਨਾਂ ਨੇ ਮਿਲ ਕੇ ਇਹ ਕਾਉਂਸਲ ਬਣਾਈ ਆ। ਤੇ ਇਹ ਨਿਊਜ਼ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਆ। ਹੁਣ ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਇੰਡੀਆ ਗਲਫ ਕੋਆਪਰੇਸ਼ਨ ਕਾਉਂਸਲ ਦੇ ਨਾਲ ਜੋ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਜੋ ਆਪਣੀਆਂ ਡਿਸਕਸ਼ਨਸ ਨੇ, ਉਹ ਕੱਲ ਹੀ ਉਹਦਾ 3rd ਰਾਊਂਡ ਸਟਾਰਟ ਹੋਇਆ। ਦੈਟਸ ਵਾਈ ਇਟ ਇਜ਼ ਇਨ ਨਿਊਜ਼। ਤੇ ਪਹਿਲਾਂ ਜਦੋਂ ਆਪਾਂ ਕੁਐਸਚਨ ਇਹਦਾ ਜੋ ਇਹਦੇ ਲਈ ਕੁਐਸਚਨ ਬਣਾਇਆ ਉਹ ਕਰ ਲੈਂਦੇ ਆ। with which of the following nations India have free trade agreements, ਠੀਕ ਹੈ ਜੀ। ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਕਿਉਂਕਿ ਆਪਾਂ ਇਸ ਤੋਂ ਪਹਿਲਾਂ ਵਾਲਾ ਟੌਪਿਕ ਵੀ FTA ਤੇ ਡਿਸਕਸ ਕੀਤਾ ਤੇ ਹੁਣ ਵੀ FTA ਤੇ ਡਿਸਕਸ ਕਰ ਰਹੇ ਹਾਂ। ਤੇ ਇੰਪੋਰਟੈਂਟ ਨੇ, ਧਿਆਨ ਰੱਖਿਓ ਵੀ ਕਿੰਨਾ ਨਾਲ ਸਾਡੇ ਫ੍ਰੀ ਟ੍ਰੇਡ ਐਗਰੀਮੈਂਟਸ ਹੈਗੇ ਨੇ। ਫਸਟ ਆਪਸ਼ਨ ਹੈ ਜਾਪਾਨ, ਸੈਕੰਡ ਇਜ਼ ਸਾਊਥ ਕੋਰੀਆ, ਦੈਨ ਆਸਟ੍ਰੇਲੀਆ, ਐਂਡ ਦੈਨ ਫੋਰਥ ਵਨ ਇਜ਼ UAE, ਠੀਕ ਹੈ ਜੀ। ਇਹਦਾ ਆਨਸਰ ਤੁਸੀਂ ਕਰੋ ਤੇ ਫਿਰ ਬਾਅਦ ਚੋਂ ਆਪਾਂ ਡਿਸਕਸ ਕਰਦੇ ਹਾਂ ਇਹਨੂੰ। ਤੇ ਹੁਣ ਆਪਾਂ GCC ਬਾਰੇ ਗੱਲ ਕਰ ਲਈਏ। ਗਲਫ ਕੋਆਪਰੇਸ਼ਨ ਕਾਉਂਸਲ ਇਹ 1981 ਦੇ ਵਿੱਚ ਫਾਰਮ ਕੀਤੀ ਗਈ ਸੀ ਐਜ਼ ਅ ਪੋਲੀਟੀਕਲ ਐਂਡ ਅ ਇਕਨੋਮਿਕ ਅਲਾਈਅੰਸ, ਠੀਕ ਹੈ ਜੀ। ਉਹਨਾਂ ਜੋ 6 ਕੰਟਰੀਜ਼ ਨੇ, ਉਹਨਾਂ ਦੇ ਪੋਲੀਟੀਕਲ ਤੇ ਇਕਨੋਮਿਕ ਜੋ ਇਸ਼ੂਜ਼ ਨੇ, ਕੁਝ ਮੁੱਦੇ ਨੇ, ਉਹਨਾਂ ਨੂੰ ਕਹਿ ਲਓ ਵੀ ਯੂਨਾਈਟਿਡ ਵੇ ਦੇ ਵਿੱਚ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਇਹ ਕਾਉਂਸਲ ਬਣੀ ਸੀ। ਕਿਹੜੇ ਮੈਂਬਰਸ ਨੇ ਇਹਦੇ 6 ਮੈਂਬਰ ਨੇ। ਫਸਟ ਵਨ ਇਜ਼ ਬਹਿਰੇਨ, ਦੈਨ ਕੁਵੈਤ, ਦੈਨ ਓਮਾਨ, ਦੈਨ ਕਤਰ, ਦੈਨ ਸਾਊਦੀ ਅਰੇਬੀਆ ਐਂਡ UAE। ਤੇ ਇਹਨਾਂ ਨੂੰ ਯਾਦ ਕਰਨ ਦਾ ਕਈ ਵਾਰੀ ਆਪਾਂ ਨੂੰ ਨਹੀਂ ਯਾਦ ਰਹਿੰਦਾ। ਮੈਂ ਜੋ ਕੁਛ ਇਹਦਾ US OK VQ BQ, ਠੀਕ ਹੈ ਜੀ। ਵੀ US ਨੇ BQ ਨੂੰ OK ਕਰਤਾ, ਠੀਕ ਹੈ ਜੀ। ਆਪਾਂ ਬਾਰਬੀਕਿਊ ਕਹਿ ਦਿੰਦੇ ਨਾ ਜਿਵੇਂ, ਜਾਂ ਕਹਿ ਲਓ US ਨੇ ਬਾਰਬੀਕਿਊ ਨੂੰ OK ਕਰਤਾ। US ਮਤਲਬ UAE, ਸਾਊਦੀ ਅਰੇਬੀਆ, ਓਮਾਨ, ਕੁਵੈਤ, ਬਹਿਰੇਨ ਤੇ ਕਤਰ। ਯਾਦ ਰਹਿਣਗੇ ਹੁਣ, ਮੇਰੇ ਹਿਸਾਬ ਨਾਲ ਭੁੱਲਣੇ ਨਹੀਂ ਚਾਹੀਦੇ। ਇਹ ਪੁੱਛਿਆ ਜਾਂਦਾ ਹੈ ਕੁਐਸਚਨ, ਇੱਕ ਵਾਰੀ ਪਹਿਲਾਂ ਵੀ ਪੁੱਛਿਆ ਗਿਆ UPSC ਦੇ ਵਿੱਚ ਕਿ GCC ਦੇ ਕਿਹੜੇ ਮੈਂਬਰਸ ਨੇ, ਤੇ ਇਹ PCS 'ਚ ਵੀ ਪੁੱਛਿਆ ਜਾ ਸਕਦਾ ਤੇ UPSC 'ਚ ਦੁਬਾਰੇ ਵੀ ਇਹਦਾ ਕੋਈ ਹੋਰ ਕਿਸੇ ਫਾਰਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ। ਹਾਂਜੀ ਆਨਸਰ ਕਰ ਰਹੇ ਹੋ ਤੁਸੀਂ, ਠੀਕ ਹੈ, ਬਟ ਆਪਾਂ ਬਾਅਦ 'ਚ ਡਿਸਕਸ ਕਰਦੇ ਹਾਂ ਇਹਨੂੰ ਆਨਸਰ ਨੂੰ, ਠੀਕ ਹੈ। ਇਹ 6 ਦੇ ਮੈਂਬਰਸ ਹੋ ਗਏ। ਤੇ ਫਿਰ ਆਪਾਂ ਜਦੋਂ ਕੋਈ ਵੀ ਇੰਟਰਨੈਸ਼ਨਲ ਗਰੁੱਪਿੰਗ ਹੁੰਦੀ ਹੈ ਨਾ, ਜੋ ਨਿਊਜ਼ ਦੇ ਵਿੱਚ ਰਹਿੰਦੀ ਹੈ, ਉਹਦਾ ਸਾਨੂੰ ਹੈੱਡਕੁਆਟਰ ਵੀ ਪਤਾ ਹੋਣਾ ਚਾਹੀਦਾ। ਕਿਉਂਕਿ ਅੱਜ ਕੱਲ੍ਹ ਕੁਐਸਚਨ ਜੋ ਪੁੱਛੇ ਜਾਂਦੇ ਨੇ ਨਾ, ਉਹ ਸਿਰਫ ਇਹ ਨਹੀਂ ਹੈ ਵੀ ਇੱਕੋ ਸਟੇਟਮੈਂਟ ਦੇ ਵਿੱਚ ਉਹਦਾ ਆਨਸਰ ਹੋਊ। ਕੁਐਸਚਨ ਦੀਆਂ ਅੱਗੇ ਮਲਟੀਪਲ ਸਟੇਟਮੈਂਟਸ ਹੁੰਦੀਆਂ ਨੇ, ਠੀਕ ਹੈ। ਤੁਹਾਨੂੰ ਪਤਾ ਹੋਣਾ ਵੀ ਕਿਹੜੇ ਮੈਂਬਰਸ ਨੇ, ਬਟ ਤੁਸੀਂ ਉਹਦਾ ਹੈੱਡਕੁਆਟਰ ਨਹੀਂ ਪੜ੍ਹਿਆ। ਫਸਟ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਮੈਂਬਰਸ ਪੁੱਛ ਲਏ, ਉਹ ਤੁਹਾਨੂੰ ਪਤਾ ਸੀ। ਸੈਕੰਡ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਤੁਹਾਨੂੰ ਹੈੱਡਕੁਆਟਰ ਪੁੱਛ ਲਿਆ, ਬਟ ਉਹ ਤੁਹਾਨੂੰ ਨਹੀਂ ਪਤਾ ਸੀ। ਫਿਰ ਉਹਦੇ ਨਾਲ ਤੁਹਾਡਾ ਕੁਐਸਚਨ ਹੈ ਜੋ ਗਲਤ ਹੋ ਸਕਦਾ ਹੈ। ਸੋ ਹੈੱਡਕੁਆਟਰ ਵੀ ਸਾਨੂੰ ਪਤਾ ਹੋਣਾ ਚਾਹੀਦਾ। ਇਹਦਾ ਹੈੱਡਕੁਆਟਰ ਕਿੱਥੇ ਆ? GCC ਦਾ ਹੈੱਡਕੁਆਟਰ ਹੈ ਰਿਆਦ। ਰਿਆਦ ਇਜ਼ ਕੈਪੀਟਲ ਆਫ ਸਾਊਦੀ ਅਰੇਬੀਆ, ਠੀਕ ਹੈ ਜੀ। ਦੈਨ ਆਪਾਂ ਗੱਲ ਕਰਦੇ ਹਾਂ ਇੰਡੀਆ GCC ਦੀ, ਮਤਲਬ ਇਹਨਾਂ ਦੇ ਰਿਲੇਸ਼ਨਸ ਬਾਰੇ। ਇੰਡੀਆ GCC ਨੇ 2004 ਦੇ ਵਿੱਚ ਇਕਨੋਮਿਕ ਕੋਆਪਰੇਸ਼ਨ ਕਰਨ ਦੇ ਲਈ ਇੱਕ ਫਰੇਮਵਰਕ ਐਗਰੀਮੈਂਟ ਸਾਈਨ ਕਰ ਲਿਆ ਸੀ। ਮਤਲਬ ਜੋ ਸਾਡੀ ਇਕਨੋਮਿਕ ਬੇਸਿਸ ਤੇ ਅਸੀਂ ਕਹਿ ਲਓ ਵੀ ਇੱਕ ਦੂਸਰੇ ਨਾਲ ਲੈਣ ਦੇਣ ਕਰਨਾ, ਉਹਦੇ ਲਈ ਇੱਕ ਫਰੇਮਵਰਕ ਸਾਈਨ ਕੀਤਾ ਸੀ। ਤੇ ਉਹਦੇ ਅੰਡਰ ਇਹ ਪ੍ਰੋਵੀਜ਼ਨਸ ਰੱਖੀਆਂ ਸੀ ਵੀ ਅੱਗੇ ਆਪਾਂ ਇਸ ਫਰੇਮਵਰਕ ਦੇ ਅੰਡਰ ਵੀ ਆਰ ਗੋਇੰਗ ਟੂ ਲਿਬਰਲਾਈਜ਼ ਆਰ ਬਾਇਲੇਟਰਲ ਟ੍ਰੇਡ ਰਿਲੇਸ਼ਨਸ। ਉਹਨਾਂ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਰਾਮਦਾਇਕ ਰਿਲੇਸ਼ਨ ਕਰਨ ਦੇ ਲਈ ਆਪਾਂ ਡਿਸਕਸ਼ਨਸ ਕਰਾਂਗੇ, ਤਾਂ ਕਿ ਹੌਲੀ ਹੌਲੀ ਫ੍ਰੀ ਟ੍ਰੇਡ ਐਗਰੀਮੈਂਟ ਤੱਕ ਆਪਾਂ ਪਹੁੰਚ ਸਕੀਏ। ਤੇ ਇਸ ਫਰੇਮਵਰਕ ਦੇ ਅੰਡਰ ਹਲੇ ਤੱਕ 2 ਰਾਊਂਡਸ ਆਫ ਡਿਸਕਸ਼ਨਸ ਹੋ ਚੁੱਕੀਆਂ ਨੇ, ਜੋ ਇੱਕ 2006 'ਚ ਹੋਈ ਹੈ, ਇੱਕ 2008 ਦੇ ਵਿੱਚ ਹੋਈ ਹੈ, ਤੇ ਹੁਣ ਰੀਸੈਂਟਲੀ ਅ ਡੇ ਬੈਕ ਇਹਦਾ ਜੋ 3rd ਰਾਊਂਡ ਹੈ ਉਹ ਵੀ ਸਟਾਰਟ ਹੋਇਆ, ਠੀਕ ਹੈ ਜੀ। ਨਾਓ ਦ 3rd ਰਾਊਂਡ ਇਜ਼ ਅੰਡਰ ਨੈਗੋਸ਼ੀਏਸ਼ਨਸ। ਮਤਲਬ ਅਸੀਂ FTA ਦੇ ਕਲੋਜ਼ ਜਾ ਰਹੇ ਹਾਂ। ਤੇ ਹੁਣ ਆਪਾਂ ਜੇ ਇਹਨਾਂ ਦੇ ਬਾਇਲੇਟਰਲ ਜੋ ਆਪਣੀ ਟ੍ਰੇਡ ਵਗੈਰਾ ਹੋ ਰਹੀ ਹੈ, ਜਾਂ ਉੱਥੋਂ ਆਪਾਂ ਕੀ ਇੰਪੋਰਟ ਕਰ ਰਹੇ ਹਾਂ, ਕਿਹੜੀਆਂ ਚੀਜ਼ਾਂ ਆਪਾਂ, ਜਦੋਂ ਆਪਾਂ ਗਲਫ ਦੀ ਗੱਲ ਕਰਦੇ ਹਾਂ ਨਾ, ਗਲਫ ਦੇ ਮਤਲਬ ਸਭ ਤੋਂ ਪਹਿਲਾਂ ਉਹਨਾਂ ਕੋਲੇ ਜੋ ਸੋਰਸ ਹੈ ਉਹ ਹੈ ਕੱਚਾ ਤੇਲ, ਠੀਕ ਹੈ ਜੀ। ਇੰਡੀਆ ਦਾ ਜੋ 35 to 40% ਸਾਡਾ ਕ੍ਰੂਡ ਆਇਲ ਹੈ, ਉਹ ਅਸੀਂ ਗਲਫ ਕੋਆਪਰੇਸ਼ਨ ਕੰਟਰੀਜ਼ ਦੇ ਜੋ ਮੈਂਬਰਸ ਨੇ ਉਹਨਾਂ ਤੋਂ ਇੰਪੋਰਟ ਕਰਦੇ ਹਾਂ, ਠੀਕ ਹੈ ਜੀ। ਧਿਆਨ 'ਚ ਰੱਖਿਓ ਇਹ ਗੱਲ। ਆਲਮੋਸਟ 35% ਆਫ India's oil imports are from GCC countries plus 70% of our gas, ਜੋ ਅਸੀਂ ਗੈਸ ਯੂਜ਼ ਕਰਦੇ ਹਾਂ
ਉਹਦਾ ਵੀ 70% ਜੋ ਹਿੱਸਾ ਉਹ ਆਪਾਂ ਗਲਫ ਕੋਆਪਰੇਸ਼ਨ ਕਾਉਂਸਲਸ ਤੋਂ ਇੰਪੋਰਟ ਕਰਦੇ, ਕਾਉਂਸਲ ਦੇ ਨੇਸ਼ਨਸ ਤੋਂ ਇੰਪੋਰਟ ਕਰਦੇ ਹਾਂ। ਫਿਰ ਆਪਾਂ ਬਾਇਲੇਟਰਲ ਟ੍ਰੇਡ ਦੀ ਗੱਲ ਕਰ ਲਈਏ, ਪਿਛਲੇ 1-2 ਸਾਲਾਂ ਦੇ ਵਿੱਚ ਜੋ ਸਾਡੀ ਉਹਨਾਂ ਦੇ ਨਾਲ ਬਾਇਲੇਟਰਲ ਟ੍ਰੇਡ ਹੈ, ਲੈਣ ਦੇਣ ਹੈ, ਉਹ ਬਹੁਤ ਜ਼ਿਆਦਾ ਵਧਿਆ। ਅਰਾਊਂਡ 60% ਉਹਦੇ 'ਚ ਇਨਕਰੀਜ਼ ਦੇਖਣ ਨੂੰ ਮਿਲਿਆ ਪਿਛਲੇ 1 ਸਾਲ ਦੇ ਵਿੱਚ। ਦੈਟ ਮੀਨਸ ਜੋ ਉਹਨਾਂ ਨਾਲ ਸਾਡੇ ਰਿਲੇਸ਼ਨਸ ਨੇ ਬਹੁਤ ਵਧੀਆ ਨੇ, ਬਹੁਤ ਕਹਿ ਲਓ ਵੀ ਇੱਕ ਬਹੁਤ ਹਾਈ ਸਪੀਡ ਤੇ ਐਕਸਲਰੇਟਡ ਮੋਸ਼ਨ ਦੇ ਵਿੱਚ ਉਹ ਇਨਕਰੀਜ਼ ਕਰ ਰਹੇ ਨੇ, ਗਰੋ ਕਰ ਰਹੇ ਨੇ। 58% ਇਨਕਰੀਜ਼ ਉਹਦੇ 'ਚ ਦੇਖਣ ਨੂੰ ਮਿਲਿਆ। ਤੇ ਬਾਇਲੇਟਰਲ ਟ੍ਰੇਡ ਜੋ ਪਿਛਲੇ ਸਾਲ 2020-21-22 ਦੇ ਵਿੱਚ ਹੋਈ ਆ, 168 ਬਿਲੀਅਨ ਡਾਲਰਸ ਦੀ ਉਹਨਾਂ ਨਾਲ ਟ੍ਰੇਡ ਹੋਈ ਆ। ਸੋ ਕਾਫੀ ਇੰਪੋਰਟੈਂਟ ਉਹ ਰੀਜਨ ਸਾਡੇ ਲਈ ਰਹਿੰਦਾ। ਤੇ ਹੁਣ ਆਪਾਂ ਕੁਐਸਚਨ ਦੀ ਗੱਲ ਕਰਦੇ ਹਾਂ। ਹਾਂਜੀ, ਆਨਸਰ ਦੇਖੀਏ ਤੁਹਾਡੇ। ਹਾਂਜੀ, गुड इवनिंग जी, गुड इवनिंग रमन औलख जी, गुड इवनिंग। हाँ जी, हिंदी में बोल सकते हैं, बट द प्रॉब्लम इज दीज क्लासेस जो ये हमारी क्लासेस हैं, मेनली हम पीसीएस फोकस ही रख रहे हैं इनको। अगर आपको कोई थोड़ी बहुत दिक्कत है तो बीच में हम हिंदी भी यूज कर लेंगे, ऐसी कोई बात नहीं है। तो इसका जो आंसर जो इधर बता रहे ने, डी आंसर कह रहे हैं कुछ बच्चे, डी मीन्स ऑल। हाँ, ਜਾਪਾਨ ਦੇ ਨਾਲ ਵੀ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਹੈ, ਸਾਊਥ ਕੋਰੀਆ ਦੇ ਨਾਲ ਵੀ ਹੈ, ਆਸਟ੍ਰੇਲੀਆ ਦੇ ਨਾਲ ਵੀ ਹੈ, ਯੂਏਈ ਦੇ ਨਾਲ। ਇਹ ਜੋ ਦੋ ਨੇ ਨਾ, ਆਸਟ੍ਰੇਲੀਆ, ਯੂਏਈ, ਇਹਨਾਂ ਦੇ ਨਾਲ ਆਪਾਂ ਇਸੇ ਸਾਲ ਜਾਂ ਕਹਿ ਲਓ ਲਾਸਟ ਈਅਰ ਦੇ ਲੇਟ ਲਾਸਟ ਈਅਰ ਆਪਾਂ ਸਾਈਨ ਕੀਤੇ ਨੇ। ਇਹਨਾਂ ਨਾਲ ਆਪਣਾ ਹੋ ਗਿਆ ECTA ਤੇ ਇਹਨਾਂ ਨਾਲ ਆਪਣਾ ਹੋ ਗਿਆ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ, CCEA ਜੋ ਆਪਣਾ ਇਹਨਾਂ UAE ਦੇ ਨਾਲ ਹੈ, ਦੈਟ ਇਜ਼ CCEA। ਠੀਕ ਹੈ ਜੀ। ਤੇ ਜਾਪਾਨ ਤੇ ਸਾਊਥ ਕੋਰੀਆ ਦੇ ਨਾਲ ਸਾਡੇ ਪਹਿਲਾਂ ਹੀ FTAs ਨੇ, ਇਹਨਾਂ ਦੋਨਾਂ ਦੇ ਨਾਲ ਆਪਾਂ ਇਸ ਸਾਲ ਹੀ ਸਾਈਨ ਕੀਤੇ ਨੇ। ਇਹ ਇੰਪੋਰਟੈਂਟ ਨੇ ਦੋਨੋਂ, ਧਿਆਨ 'ਚ ਰੱਖਿਓ ਇਹ। ਦੈਨ ਨੈਕਸਟ ਜੋ ਸਾਡਾ ਟੌਪਿਕ ਹੈ ਅੱਜ ਦੀ ਡਿਸਕਸ਼ਨ ਦਾ, ਦੈਟ ਇਜ਼ G20। ਇਹ ਵੀ ਇੰਟਰਨੈਸ਼ਨਲ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ। ਹਾਂਜੀ ਹਾਂਜੀ, ਡੀ ਆਨਸਰ ਹੈ ਦਾ, ਆਲ ਆਰ ਕਰੈਕਟ। ਇਹਨਾਂ ਚਾਰੋਂ ਕੰਟਰੀਜ਼ ਦੇ ਨਾਲ ਸਾਡੇ ਬਾਇਲੇਟਰਲ, ਸਾਡੇ ਫ੍ਰੀ ਟ੍ਰੇਡ ਐਗਰੀਮੈਂਟਸ ਹੈਗੇ ਨੇ। ਤੇ ਨੈਕਸਟ ਸਾਡਾ ਕੁਐਸਚਨ, ਸਾਡਾ ਟੌਪਿਕ ਹੈ G20, ਕਿਉਂਕਿ G20 ਰੀਸੈਂਟਲੀ ਜੋ ਇਹਨਾਂ ਦਾ ਇੱਕ ਸਾਲਾਨਾ ਸੰਮੇਲਨ ਹੁੰਦਾ, ਇੱਕ ਐਨੂਅਲ ਮੀਟਿੰਗ ਹੁੰਦੀ ਆ, ਉਹ ਰੀਸੈਂਟਲੀ ਕੰਡਕਟ ਹੋ ਕੇ ਹਟੀ ਆ ਇੰਡੋਨੇਸ਼ੀਆ ਦੇ ਵਿੱਚ। ਤੇ ਨੈਕਸਟ ਈਅਰ ਦੇ ਲਈ ਜੋ ਮੀਟਿੰਗ, ਜੋ ਐਨੂਅਲ ਮੀਟ ਉਹਨਾਂ ਦੀ ਹੋਣੀ ਆ, ਦੈਟ ਇਜ਼ ਗੋਇੰਗ ਟੂ ਬੀ ਹੋਸਟਡ ਬਾਈ ਇੰਡੀਆ। ਸੋ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਇਹਦੇ ਲਈ ਜੋ ਕੁਐਸਚਨ ਹੈ, ਆਪਾਂ ਮੈਂ ਕੁਐਸਚਨ ਰੱਖਿਆ ਉਹ ਕੀ ਹੈ, ਇਹ UPSC ਦਾ ਕੁਐਸਚਨ ਹੈ। UPSC 2020 ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਤੇ ਤੁਸੀਂ ਇਹਦਾ ਆਨਸਰ ਕਰਨਾ। ਕੁਐਸਚਨ ਹੈ, ਇਨ ਵਿਚ ਵਨ ਆਫ ਦਾ ਫੋਲੋਇੰਗ ਗਰੁੱਪਸ ਆਲ ਦਾ 4 ਕੰਟਰੀਜ਼ ਆਰ ਮੈਂਬਰ ਆਫ G20। ਤੁਹਾਨੂੰ ਨੀਚੇ 4 ਆਪਸ਼ਨਸ ਨੇ, ਚਾਰੋਂ ਆਪਸ਼ਨ ਦੇ ਵਿੱਚ 4-4 ਕੰਟਰੀਜ਼ ਨੇ। ਤੁਸੀਂ ਇਹ ਦੱਸਣਾ ਵੀ ਇਹਨਾਂ ਦੇ ਵਿੱਚੋਂ ਚਾਰੋਂ ਮੈਂਬਰ ਕਿਹੜੇ ਨੇ ਜਿਹੜੇ G20 ਦੇ ਮੈਂਬਰ ਨੇ, ਚਾਰੋਂ ਨੇਸ਼ਨ ਕਿਹੜੇ ਨੇ ਜਿਹੜੇ G20 ਦੇ ਮੈਂਬਰ ਹੈ। ਫਸਟ ਆਪਸ਼ਨ ਹੈ ਅਰਜਨਟੀਨਾ, ਮੈਕਸੀਕੋ, ਸਾਊਥ ਅਫਰੀਕਾ ਐਂਡ ਟਰਕੀ। Second is Australia, Canada, Malaysia, New Zealand. Third one is Brazil, Iran, Saudi Arabia and Vietnam. And fourth is Indonesia, Japan, Singapore and South Korea. ਠੀਕ ਹੈ ਜੀ। ਤੁਸੀਂ ਦੱਸਣਾ ਇਹਨਾਂ ਚਾਰਾਂ ਚੋਂ ਕਿਹੜੇ ਮੈਂਬਰ, ਕਿਹੜੇ ਨੇਸ਼ਨਸ ਨੇ ਜਿਹੜੇ G20 ਦੇ ਮੈਂਬਰ ਨੇ। ਤੇ ਹੁਣ ਆਪਾਂ G20 ਦੀ ਗੱਲ ਕਰੀਏ, ਰੀਸੈਂਟਲੀ ਨਿਊਜ਼ 'ਚ ਕਿਉਂ ਰਿਹਾ, ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਇਹਦੀ ਜੋ ਐਨੂਅਲ ਮੀਟ ਹੈ ਉਹ ਕਿਹੜੀ ਮੀਟ ਸੀ, 17th ਐਨੂਅਲ ਮੀਟ, ਐਨੂਅਲ ਸਮਿਟ ਜੋ G20 ਦੀ ਹੋਈ ਆ, ਉਹ ਇੰਡੋਨੇਸ਼ੀਆ ਨੇ ਹੋਸਟ ਕੀਤੀ ਹੈ। ਤੇ ਨੈਕਸਟ ਈਅਰ ਜੋ 18th ਮੀਟ ਹੋਣੀ ਆ, ਉਹ ਇੰਡੀਆ ਨੇ ਹੋਸਟ ਕਰਨੀ ਆ। ਤਾਂ ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। ਕੁਐਸਚਨ ਜ਼ਰੂਰ ਪੁੱਛਿਆ ਜਾਣਾ ਇਹਦੇ ਚੋਂ। 99% ਦਾ ਪ੍ਰੀ ਦੇ ਵਿੱਚ ਹੀ ਆਊ, ਜੇ ਪ੍ਰੀ 'ਚ ਨਹੀਂ ਆਉਂਦਾ ਤਾਂ ਮੇਨਸ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਇਹਦਾ, ਵੀ ਇਹਦਾ ਸਾਡੇ ਲਈ ਕੀ ਰੈਲੇਵੈਂਸ ਹੈ, ਇਹਦੇ ਸਾਡੇ ਤੋਂ ਅਸੀਂ ਕੀ ਕੁਝ ਗੇਨ ਕਰ ਸਕਦੇ ਹਾਂ, ਜਾਂ ਕਿਹੜੇ ਇਸ਼ੂਜ਼ ਨੇ ਜੋ ਅਸੀਂ ਇੰਟਰਨੈਸ਼ਨਲ ਲੈਵਲ ਤੇ ਥਰੂ G20 ਅਸੀਂ ਕਹਿ ਲਓ ਰੇਜ਼ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਆਪਾਂ ਇਹਦੇ ਬਾਰੇ ਗੱਲ ਕਰੀਏ ਹੁਣ। ਫਰਮ December 1 ਇੰਡੀਆ ਵਿਲ ਅਸਿਊਮ ਦ ਪ੍ਰੈਜ਼ੀਡੈਂਸੀ ਆਫ G20 ਫॉर 1 year ਐਂਡ ਦ ਲਾਸਟ 17th ਸਮਿਟ ਵਾਜ਼ ਹੋਸਟਡ ਬਾਈ ਇੰਡੋਨੇਸ਼ੀਆ। ਤੇ ਉਹਦਾ ਜਦੋਂ ਵੀ ਕੋਈ ਇੱਦਾਂ ਦੀਆਂ ਮੀਟਿੰਗਸ ਹੁੰਦੀਆਂ, ਉਹਨਾਂ ਦਾ ਨਾ ਇੱਕ ਸਪੈਸ਼ਲ ਮੋਟੋ ਰੱਖਿਆ ਜਾਂਦਾ। ਤੇ ਇਹਦਾ ਮੋਟੋ ਕੀ ਹੈ, ਰਿਕਵਰ ਟੂਗੈਦਰ, ਰਿਕਵਰ ਸਟਰੋਂਗਰ। ਧਿਆਨ 'ਚ ਰੱਖਿਓ, PCS ਦੇ ਲਈ ਜ਼ਿਆਦਾ ਇੰਪੋਰਟੈਂਟ ਹੈ ਇਹ, ਕਿਉਂਕਿ PCS ਨੇ 2018 ਜਾਂ 2020 ਦੇ ਵਿੱਚ ਨਾ, ਉਦੋਂ ਕੁਝ ਨੈਸ਼ਨਲ ਸ਼ਾਇਦ ਬਰਡ ਡੇ ਸੀ, ਉਹਨਾਂ ਦਾ ਥੀਮ ਪੁੱਛ ਲਿਆ ਸੀ ਵੀ ਕੀ ਸੀ।
ਸੋ ਇਦਾਂ ਦੀਆਂ ਚੀਜ਼ਾਂ PCS ਪੁੱਛ ਲੈਂਦੀ ਆ। ਧਿਆਨ 'ਚ ਰੱਖਿਓ ਜੋ 17th ਮੀਟ ਹੋਈ ਹੈ ਇਹਦਾ ਮੋਟੋ ਸੀ ਰਿਕਵਰ ਟੂਗੈਦਰ ਐਂਡ ਰਿਕਵਰ ਸਟਰੋਂਗਰ। ਤੇ ਜਿਹੜੀ G20 ਆ ਨਾ ਇਹਦੇ ਨਾਲ ਇੱਕ ਕਨਸੈਪਟ ਹੈ ਟਰੋਇਕਾ। ਟਰੋਇਕਾ ਦਾ ਮਤਲਬ ਹੈ 3, ਟਰਾਈ ਦਾ ਮਤਲਬ 3 ਹੁੰਦਾ, ਤਾਂ ਟਰੋਇਕਾ ਇੱਕ ਗਰੁੱਪ ਆ ਜੋ ਕੌਣ ਕਨਸਟੀਟਿਊਟ ਕਰਦਾ ਉਹ ਗਰੁੱਪ ਨੂੰ, ਜੋ ਇਸ ਸਮਿਟ ਦਾ ਜੋ G20 ਦਾ ਪ੍ਰੈਜ਼ੈਂਟ ਕਰੰਟ ਚੇਅਰ ਹੋਵੇ ਜਾਂ ਪ੍ਰੈਜ਼ੀਡੈਂਟ ਹੋਵੇ। ਜਿਵੇਂ ਆਪਾਂ ਜੇ 2022 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੰਡੋਨੇਸ਼ੀਆ ਸੀ, ਇੱਕ ਮੈਂਬਰ ਉਹ ਹੋ ਗਿਆ। ਦੂਜਾ ਮੈਂਬਰ ਹੁੰਦਾ ਜਿਹਨੇ ਇਸ ਤੋਂ 1 ਸਾਲ ਪਹਿਲਾਂ ਇਹਦੀ ਪ੍ਰੈਜ਼ੀਡੈਂਸੀ ਹੋਲਡ ਕੀਤੀ ਸੀ, ਤੇ ਲਾਸਟ ਈਅਰ ਇਟ ਵਾਜ਼ ਇਟਲੀ। ਤੇ ਇੱਕ ਤੀਸਰਾ ਹੁੰਦਾ ਜਿਹਨੇ ਨੈਕਸਟ ਈਅਰ ਇਹਦਾ ਚੇਅਰ ਬਣਨਾ, ਐਂਡ ਉਹ ਹੈ ਇੰਡੀਆ। ਸੋ ਮਤਲਬ 2022 ਦੇ ਲਈ ਇਹਦਾ ਟਰੋਇਕਾ ਸੀ ਇੰਡੋਨੇਸ਼ੀਆ, ਇਟਲੀ ਪਲੱਸ ਇੰਡੀਆ। ਤੇ ਨੈਕਸਟ ਈਅਰ ਇਹਦਾ ਟਰੋਇਕਾ ਕੌਣ ਨੂੰ, ਕਿਉਂਕਿ ਸਾਡੇ ਜੋ ਪੇਪਰ ਨੇ ਹੁਣ ਦੇ ਆਰ ਮੋਸਟਲੀ ਆਲ ਆਫ ਦਾ ਪੇਪਰਸ ਆਰ ਸਲੋਟਡ ਫॉर 2023, ਤਾਂ ਸਾਡੇ ਲਈ 2022 ਨਾਲੋਂ 2023 ਦਾ ਜੋ ਟਰੋਇਕਾ ਹੈ ਜਾਂ ਉਹਦੇ ਕੁਝ ਹੋਰ ਰਿਲੇਟਡ ਨਿਊਜ਼ ਨੇ ਉਹ ਜ਼ਿਆਦਾ ਇੰਪੋਰਟੈਂਟ ਨੇ। ਤਾਂ ਜੋ ਇਹਦਾ ਨੈਕਸਟ ਈਅਰ ਟਰੋਇਕਾ ਹੋਊਗਾ ਦੈਟ ਵਿਲ ਬੀ ਇੰਡੀਆ, ਦੈਨ ਇੰਡੋਨੇਸ਼ੀਆ ਐਂਡ ਦੈਨ ਬ੍ਰਾਜ਼ੀਲ। ਬਿਕੋਜ਼ ਇੰਡੀਆ ਨੇ ਉਹਦੀ ਪ੍ਰੈਜ਼ੀਡੈਂਸੀ ਉਦੋਂ ਹੋਲਡ ਕਰਨੀ ਆ, ਇੰਡੋਨੇਸ਼ੀਆ ਕਰ ਚੁੱਕਿਆ ਹੋ, ਤੇ ਬ੍ਰਾਜ਼ੀਲ 2024 ਦੇ ਵਿੱਚ ਕਰੂਗਾ। ਠੀਕ ਹੈ ਜੀ। ਤੇ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਇੰਡੀਆ ਦੇ ਬਾਅਦ ਜੋ ਅਗਲੀ ਸਮਿਟ ਹੋਣੀ ਆ 19th ਸਮਿਟ ਹੋਣੀ ਆ ਜੋ G20 ਦੀ, ਉਹ ਕਿਹੜੀ ਕੰਟਰੀ 'ਚ ਹੋਣੀ ਆ? ਉਹ ਹੋਣੀ ਆ ਬ੍ਰਾਜ਼ੀਲ ਦੇ ਵਿੱਚ 2024 ਦੇ ਵਿੱਚ। ਠੀਕ ਹੈ ਜੀ। ਤੇ ਹੁਣ ਆਪਾਂ G20 ਦੀ ਗੱਲ ਕਰਦੇ ਹਾਂ ਵੀ ਬਣਿਆ ਕਦੋਂ ਸੀ ਜਾਂ ਕਦ। ਉਸ ਤੋਂ ਪਹਿਲਾਂ ਜਿਵੇਂ ਆਪਾਂ ਟਰੋਇਕਾ ਦੀ ਗੱਲ ਕੀਤੀ ਆ, ਉਸੇ ਤਰ੍ਹਾਂ ਇਹਦੇ ਨਾਲ ਇੱਕ ਕਨਸੈਪਟ ਹੁੰਦਾ ਦੈਟ ਇਜ਼ ਕਾਲਡ ਸ਼ੇਰਪਾ। ਸ਼ੇਰਪਾ ਕੀ ਹੈ? ਸ਼ੇਰਪਾ ਇੱਕ ਜਿਹੜੀ ਵੀ ਕੰਟਰੀ ਇਸ ਮੀਟਿੰਗ ਨੂੰ ਹੋਸਟ ਕਰਦੀ ਆ, ਇਹਦੀ ਮੀਟਿੰਗ ਨੂੰ ਹੋਸਟ ਕਰਦੀ ਆ ਇਹਦੀਆਂ ਐਨੂਅਲ ਸਮਿਟਸ ਨੂੰ, ਉਹ ਆਪਣਾ ਇੱਕ ਪਰਸਨਲ ਰਿਪਰੈਜ਼ੈਂਟੇਟਿਵ, ਇੱਕ ਕਹਿ ਲਓ ਆਪਣਾ ਮੁੱਖ ਅਧਿਕਾਰੀ ਨੂੰ ਨਿਯੁਕਤ ਕਰਦੀ ਆ, ਉਹਨੂੰ ਆਪਾਂ ਕਹਿੰਦੇ ਆ ਸ਼ੇਰਪਾ। ਤੇ ਇੰਡੀਆ ਨੇ ਜੋ ਨੈਕਸਟ ਈਅਰ ਜੋ ਅਸੀਂ ਕਿਉਂਕਿ ਹੋਸਟ ਕਰਨੀ ਹੈ ਇਹਦੀ ਸਮਿਟ, ਤਾਂ ਉਹਦੇ ਲਈ ਇੱਕ ਸ਼ੇਰਪਾ ਅਪੁਆਇੰਟ ਕੀਤਾ, ਉਹ ਹੈ ਅਮਿਤਾਭ ਕੰਤ। ਯਾਦ ਰੱਖਿਓ ਇਹ ਨਾਂ ਇੰਪੋਰਟੈਂਟ ਹੈ, ਅਮਿਤਾਭ ਕੰਤ, ਦਾ ਫਾਰਮਰ ਵਾਈਸ ਚੇਅਰਮੈਨ ਆਫ ਨੀਤੀ ਆਯੋਗ। ਇਸ ਬੰਦੇ ਨੂੰ, ਅਮਿਤਾਭ ਕੰਤ ਨੂੰ, ਇੰਡੀਆ ਨੇ ਨੈਕਸਟ ਈਅਰ ਦੀ ਸਮਿਟ ਦੇ ਲਈ ਆਪਣੀ ਜਾਂ ਕਹਿ ਲਓ ਪ੍ਰੈਜ਼ੀਡੈਂਸੀ ਦੇ ਲਈ ਐਜ਼ ਅ ਸ਼ੇਰਪਾ ਅਪੁਆਇੰਟ ਕੀਤਾ। ਇਹ ਵੀ ਪੁੱਛਿਆ ਜਾ ਸਕਦਾ ਕੁਐਸਚਨ। ਆ ਦੱਸਿਆ ਵੀ ਸ਼ੇਰਪਾ ਪਰਸਨਲ ਰਿਪਰੈਜ਼ੈਂਟੇਟਿਵ ਹੁੰਦਾ। ਦੈਨ ਆਪਾਂ G20 ਦੀ ਗੱਲ ਕਰੀਏ ਤਾਂ G20 1999 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ, ਕਿਉਂਕਿ ਉਸ ਟਾਈਮ ਤੇ ਕੀ ਹੋਇਆ ਸੀ, ਕਿਉਂਕਿ G20 ਨਾ ਜਦੋਂ ਸ਼ੁਰੂ ਹੋਈ ਆ ਇਹ ਇਕਨੋਮਿਕ ਮੁੱਦਿਆਂ ਦੇ ਉੱਪਰ ਡਿਸਕਸ਼ਨ ਕਰਨ ਵਾਸਤੇ ਸਟਾਰਟ ਹੋਈ ਸੀ। ਰੀਜ਼ਨ ਬੀਇੰਗ 1997-98 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਏ, ਸਪੈਸ਼ਲੀ ਏਸ਼ੀਅਨ ਨੇਸ਼ਨਸ ਨੇ ਜੋ, ਉਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ ਸੀ। ਉਹਨਾਂ ਨੂੰ ਇੱਕ ਕਹਿ ਲਓ ਵੀ ਇਕੱਠੇ ਹੋ ਕੇ ਕਲੈਕਟਿਵ ਵੇ ਦੇ ਵਿੱਚ ਐਡਰੈਸ ਕਰਨ ਦੇ ਲਈ, ਤਾਂ ਕਿ ਅੱਗੇ ਤੋਂ ਆਪਾਂ ਉਹਨਾਂ ਜੋ ਇਸ਼ੂਜ਼ ਨੇ ਕ੍ਰਾਈਸਿਸ ਨੂੰ ਡੀਲ ਕਰ ਸਕੀਏ ਜਾਂ ਉਹਨਾਂ ਨੂੰ ਪਹਿਲਾਂ ਹੀ ਆਪਾਂ ਪ੍ਰੀਵੈਂਟ ਕਰ ਸਕੀਏ, ਉਹਨਾਂ ਦੇ ਲਈ ਇੱਕ ਮੀਟਿੰਗ ਰੱਖੀ ਗਈ। ਇਹ ਉਦੋਂ ਸਿਰਫ ਇੱਕ ਮੀਟਿੰਗ ਸੀ। ਤੇ ਉਹਦੇ 'ਚ ਕੌਣ ਪਾਰਟਿਸਿਪੇਟ ਕਰਦਾ ਸੀ? ਉਹਦੇ 'ਚ ਜੋ ਕੰਟਰੀਜ਼ ਨੇ ਉਹਨਾਂ ਦੇ ਜੋ ਕਹਿ ਲਓ ਸੈਂਟਰਲ ਬੈਂਕਸ ਨੇ। ਹਾਂਜੀ, ਹੈਲੋ ਜੀ ਅਮਿਤ ਜੀ। ਉਹਨਾਂ ਦੇ ਜਿਹੜੇ ਸੈਂਟਰਲ ਬੈਂਕਸ ਨੇ, ਜਿੱਦਾਂ ਇੰਡੀਆ ਦੀ ਰਿਜ਼ਰਵ ਬੈਂਕ ਆਫ ਇੰਡੀਆ ਹੈ, US ਦੀ ਫੈਡਰਲ ਬੈਂਕ ਹੈ, ਇੱਦਾਂ ਹੀ ਹਰ ਕੰਟਰੀ ਦੀ ਆਪਣੀ ਸੈਂਟਰਲ ਬੈਂਕ ਹੈ, ਉਹਨਾਂ ਦੇ ਜੋ ਗਵਰਨਰਸ ਨੇ ਉਹ ਮੀਟ ਕਰਦੇ ਹੁੰਦੇ ਸੀ। ਬਟ ਹੌਲੀ ਹੌਲੀ 2008 ਦੇ ਵਿੱਚ ਇਹਨੇ ਇੱਕ ਐਨੂਅਲ ਸਮਿਟ ਦਾ ਰੂਪ ਲੈ ਲਿਆ, ਤੇ ਉਸ ਟਾਈਮ ਤੇ ਆ ਕੇ ਇਹਨਾਂ ਦੇ ਜੋ ਕੰਟਰੀਜ਼ ਨੇ, ਉਹਨਾਂ ਦੇ ਜੋ ਹੈਡ ਆਫ ਦਾ ਸਟੇਟਸ ਨੇ ਜਾਂ ਕਹਿ ਲਓ ਉਹਨਾਂ ਦੇ ਜੋ ਪ੍ਰਾਈਮ ਮਿਨਿਸਟਰਸ ਨੇ, ਉਹ ਪਾਰਟਿਸਿਪੇਟ ਕਰਨ ਲੱਗੇ, ਉਹਨਾਂ ਦੇ ਜੋ ਲੀਡਰਸ ਨੇ ਉਹ ਪਾਰਟਿਸਿਪੇਟ ਕਰਨ ਲੱਗੇ। ਪਹਿਲਾਂ ਗਵਰਨਰਸ ਪਹਿਲਾਂ ਉਹਨਾਂ ਦੇ ਰਿਜ਼ਰਵ ਬੈਂਕਸ ਦੇ ਗਵਰਨਰ ਹੁੰਦੇ ਸੀ ਜਾਂ ਸੈਂਟਰਲ ਬੈਂਕ ਦੇ ਗਵਰਨਰ ਹੁੰਦੇ ਸੀ, ਬਟ 2008 ਤੋਂ ਬਾਅਦ ਸਟੇਟਸ ਦੇ ਜੋ ਹੈਡ ਆਫ ਦਾ ਸਟੇਟਸ ਨੇ ਉਹ ਇਹਨਾਂ ਨੂੰ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕਰਨ ਲੱਗੇ। ਤੋ ਜੇ ਆਪਾਂ ਗੱਲ ਕਰੀਏ ਵੀ ਐਨੂਅਲ ਸਮਿਟ ਦੀ, ਉਹ 2008 ਤੋਂ ਸਟਾਰਟ ਹੋਈ ਆ। 2008 ਦੇ ਵਿੱਚ ਇਹਨਾਂ ਦੀ ਫਸਟ ਐਨੂਅਲ ਸਮਿਟ ਹੋਈ ਸੀ। ਆਲਦੋ ਦ ਬੋਡੀ ਵਾਜ਼ ਕਨਸਟੀਟਿਊਟਡ ਇਨ 1999, ਬਟ ਜੋ ਫਸਟ ਐਨੂਅਲ ਸਮਿਟ ਹੋਈ ਆ ਦੈਟ ਵਾਜ਼ ਇਨ 2008। ਇਹ ਵੀ ਪੁੱਛਿਆ ਜਾ ਸਕਦਾ, ਧਿਆਨ ਰੱਖਿਓ। G20 ਦੇ ਨਾਲ ਕੋਈ ਵੀ ਮਾਈਨਿਊਟ ਤੋਂ ਮਾਈਨਿਊਟ ਫੈਕਟ ਹੈ ਉਹ ਤੁਹਾਨੂੰ ਧਿਆਨ 'ਚ ਰੱਖਣਾ ਪਊ। ਕਿਉਂ? ਕਿਉਂਕਿ ਅਸੀਂ ਇਸ ਵਾਰ ਇੰਡੀਆ ਜਿਹਨੂੰ ਹੋਸਟ ਕਰ ਰਹੇ ਹਾਂ। ਤੇ ਇੱਕ ਗੱਲ ਹੋਰ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿੰਨੀਆਂ ਵੀ ਇੰਟਰਨੈਸ਼ਨਲ ਗਰੁੱਪਿੰਗਸ ਨੇ ਉਹਨਾਂ ਦੇ ਕੁਛ ਨਾ ਕੁਛ ਹੈੱਡਕੁਆਟਰਸ ਕਿਤੇ ਨਾ ਕਿਤੇ ਲੋਕੇਟਡ ਹੁੰਦੇ ਨੇ, ਬਟ ਜਦੋਂ ਆਪਾਂ ਗੱਲ ਕਰਦੇ ਹਾਂ G20 ਦੀ, ਇਹਨਾਂ ਦਾ ਪਰਮਾਨੈਂਟ ਸੈਕਟਰੀਏਟ ਕਿਤੇ ਨਹੀਂ ਹੈ। ਠੀਕ ਹੈ ਜੀ। ਜਿਹੜੀ ਵੀ ਕੰਟਰੀ ਇਹਦੀ ਮੈਂਬਰ ਹੈ, ਜਿਹੜੀ ਵੀ ਕੰਟਰੀ ਇਹਨੂੰ ਹੋਸਟ ਕਰ ਰਹੀ ਹੈ, ਜਿਹੜੀ ਵੀ ਕੰਟਰੀ 1 ਸਾਲ ਲਈ ਇਹਦੀ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਸੀ ਨੂੰ ਹੋਲਡ ਕਰ ਰਹੀ ਹੈ, ਉਹਦਾ ਜੋ ਵੀ ਸਾਰਾ G20 ਦੇ ਰਿਲੇਟਡ ਕੰਮ ਹੋਊ ਉਸੇ ਕੰਟਰੀ 'ਚ ਹੋਊ। ਠੀਕ ਹੈ। ਕੋਈ ਪਰਮਾਨੈਂਟ ਸੈਕਟਰੀਏਟ ਕਿਤੇ ਨਹੀਂ ਹੈ ਇਹਨਾਂ ਦਾ।
ਤੇ ਫਿਰ ਆਪਾਂ G20 ਦੀ ਗੱਲ ਕਰਦੇ ਹਾਂ ਤਾਂ ਟੁਗੇਦਰ ਇਹਦੇ ਚ ਅਰਾਊਂਡ ਇਹ 60% ਵਰਲਡ ਦੀ ਪੋਪੂਲੇਸ਼ਨ ਦਾ ਹਿੱਸਾ ਹੈ। 80% ਗਲੋਬਲ GDP ਦਾ ਸ਼ੇਅਰ ਇਹਨਾਂ ਕੰਟਰੀਜ਼ ਦੇ ਵਿੱਚੋਂ ਆਉਂਦਾ, ਪਲੱਸ 75% ਜੋ ਗਲੋਬਲ ਟ੍ਰੇਡ ਆ ਉਹ ਇਹਨਾਂ ਕੰਟਰੀਜ਼ ਦੇ ਵਿੱਚੋਂ ਹੁੰਦੀ ਹੈ। ਇਹਨਾਂ ਕੰਟਰੀਜ਼ ਦੇ ਜੋ ਮੈਂਬਰ ਨੇ ਉਹ ਉਹਨਾਂ ਦਾ ਸ਼ੇਅਰ ਨੂੰ ਮਿਲਾ ਕੇ 75% ਗਲੋਬਲ ਵਰਲਡ ਦੀ ਟ੍ਰੇਡ ਬਣ ਜਾਂਦੀ ਹੈ। ਠੀਕ ਹੈ, ਮਤਲਬ ਕਾਫੀ ਇੱਕ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਬੋਡੀ ਹੈ। ਤੇ ਹੁਣ ਆਪਾਂ ਇਹਦੇ ਮੈਂਬਰ ਨੇਸ਼ਨਸ ਦੀ ਗੱਲ ਕਰੀਏ, 20 ਮੈਂਬਰ ਨੇ, ਉਹਨਾਂ ਨੂੰ ਥੋੜਾ ਯਾਦ ਕਰਨਾ ਥੋੜਾ ਜਿਹਾ ਔਖਾ ਹੈ ਬਟ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਕਿਉਂਕਿ UPSC ਨੇ ਕੁਐਸਚਨ ਪੁੱਛਿਆ। ਜੇ UPSC ਇਹ ਕੁਐਸਚਨ ਪੁੱਛ ਸਕਦੀ ਆ ਤਾਂ ਸਟੇਟ PCS ਤਾਂ ਨੋ ਡਾਊਟ ਪੁੱਛ ਹੀ ਸਕਦੇ ਨੇ ਨਾ, ਕਿਉਂਕਿ ਉਹ ਤਾਂ UPSC ਤੋਂ ਜ਼ਿਆਦਾ ਫੈਕਚੁਅਲ ਚੀਜ਼ਾਂ ਪੁੱਛਦੇ ਨੇ। ਸੋ ਇਹਦੀ ਮੈਂਬਰਸ਼ਿਪ ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਪਰ ਉਹਨੂੰ ਯਾਦ ਕਰਨ ਦਾ ਇੱਕ ਸੌਖਾ ਤਰੀਕਾ ਹੈ। ਪਹਿਲਾਂ ਆਪਾਂ ਕਹ ਲਈਏ ਵੀ G7 ਨੇਸ਼ਨਸ। G7 ਤੁਸੀਂ ਸਾਰੇ ਜਾਣਦੇ ਹੋਵੋਗੇ, ਮੋਸਟਲੀ ਯੂਰੋਪੀਅਨ ਪਲੱਸ ਨਾਰਥ ਅਮਰੀਕਨ ਨੇਸ਼ਨਸ ਨੇ, 2 ਨਾਰਥ ਅਮਰੀਕਨ, US ਐਂਡ ਕੈਨੇਡਾ। ਬਸ ਬਾਕੀ ਦੇ ਜਿਹੜੇ 5 ਮੈਂਬਰ ਨੇ ਉਹ ਹੈਗੇ ਨੇ ਯੂਰਪ ਤੋਂ। ਉਹ ਵੀ ਯੂਰਪ ਕਿਹੜਾ? ਵੈਸਟਰਨ ਯੂਰਪ, ਫਰਾਂਸ, ਜਰਮਨੀ, ਇਟਲੀ, UK, 4 ਇਹ ਹੋ ਗਏ, ਪਲੱਸ ਇੱਕ ਹੋ ਗਿਆ ਜਾਪਾਨ। ਠੀਕ ਹੈ ਜੀ, ਜਾਪਾਨ ਤੇ ਜਰਮਨੀ, ਇਟਲੀ, ਫਰਾਂਸ, ਜਾਪਾਨ ਏਸ਼ੀਆ ਦਾ ਪਾਰਟ ਆ ਗਿਆ। ਤੇ 4 ਮੈਂਬਰ ਯੂਰਪ ਤੋਂ ਹੋ ਗਏ, ਵੈਸਟਰਨ ਯੂਰਪ ਤੋਂ, US ਤੇ ਕੈਨੇਡਾ। 7 ਮੈਂਬਰ ਯਾਦ ਕਰਨੇ ਸੌਖੇ ਨੇ, ਕੋਈ ਔਖਾ ਨਹੀਂ ਹੈ। ਪਲੱਸ ਇੱਕ ਗਰੁੱਪਿੰਗ ਹੁੰਦੀ ਸੀ G7 ਤੋਂ ਪਹਿਲਾਂ G8। ਅੱਜ ਕੱਲ੍ਹ ਉਹ G7 ਆ, ਪਹਿਲਾਂ G8 ਹੁੰਦੀ ਸੀ। G8 ਹੁੰਦੀ ਸੀ ਜਦੋਂ ਰਸ਼ੀਆ ਉਹਦਾ ਪਾਰਟ ਸੀ। ਠੀਕ ਹੈ ਜੀ, ਰਸ਼ੀਆ ਨੂੰ 2014 ਦੇ ਵਿੱਚ ਉਹਨਾਂ ਨੇ ਕ੍ਰੀਮੀਆ ਨੂੰ ਟੇਕ ਓਵਰ ਕਰ ਲਿਆ, ਉਹਦੇ ਬਾਅਦ ਉਹਨੂੰ ਗਰੁੱਪ ਚੋਂ ਬਾਹਰ ਕੱਢਤਾ ਤੇ ਉਹ ਜੋ ਗਰੁੱਪ ਸੀ ਇਟ ਇਜ਼ ਨਾਓ ਕਾਲਡ ਐਜ਼ G7। ਠੀਕ ਹੈ, ਮਤਲਬ 8 ਮੈਂਬਰ ਇਹ ਯਾਦ ਹੋ ਗਏ, ਬਹੁਤ ਸੌਖੇ ਨੇ। ਪਲੱਸ ਉਹਦੇ ਬਾਅਦ ਆਪਾਂ ਜੇ ਗੱਲ ਕਰੀਏ ਕਿ ਇਹਦੇ 'ਚ ਇੱਕ ਯੂਨੀਅਨ, ਇੱਕ 19 ਕੰਟਰੀਜ਼ ਨੇ, ਪਲੱਸ ਇੱਕ ਯੂਨੀਅਨ ਹੈ। ਯੂਨੀਅਨ ਕਿਹੜੀ ਹੈ? ਯੂਰੋਪੀਅਨ ਯੂਨੀਅਨ। ਯੂਰਪ ਦੇ 4 ਨੇਸ਼ਨਸ ਨੇ ਪਲੱਸ ਯੂਰੋਪੀਅਨ ਯੂਨੀਅਨ ਹੈ ਇਹਦਾ ਮੈਂਬਰ। ਠੀਕ ਹੈ ਜੀ, ਫਿਰ ਆਪਾਂ ਜੇ ਆਪਣੇ ਇੰਡੀਆ ਦੀ ਆਪਣੇ ਏਸ਼ੀਅਨ ਕੰਟੀਨੈਂਟ ਦੀ ਗੱਲ ਕਰੀਏ ਜਾਂ ਆਪਣੇ ਆਸੇ-ਪਾਸੇ ਦੀ ਗੱਲ ਕਰੀਏ, ਉਹਦੇ 'ਚੋਂ ਇੰਡੀਆ ਆ ਗਿਆ, ਪਲੱਸ ਆਸਟ੍ਰੇਲੀਆ ਆ ਗਿਆ, ਪਲੱਸ ਦੈਨ ਆਪਣਾ ਸਾਊਦੀ ਅਰੇਬੀਆ, ਮਿਡਲ ਈਸਟ ਦੇ ਵਿੱਚੋਂ ਸਾਊਦੀ ਅਰੇਬੀਆ ਹੋ ਗਿਆ ਤੇ ਟਰਕੀ ਹੋ ਗਿਆ, ਪਲੱਸ ਸਾਊਥ ਕੋਰੀਆ ਹੋ ਗਿਆ। ਸਾਊਥ ਕੋਰੀਆ ਕਿਉਂਕਿ ਇਹ ਇੰਪੋਰਟੈਂਟ ਨੇਸ਼ਨਸ ਨੇ। ਜਦੋਂ ਆਪਾਂ ਇਕਨੋਮੀ ਦੀ ਗੱਲ ਕਰਦੇ ਹਾਂ, ਜਾਪਾਨ ਹੋ ਗਿਆ ਸਾਡੇ ਏਸ਼ੀਆ 'ਚੋਂ, ਜਾਪਾਨ ਹੋ ਗਿਆ, ਚਾਈਨਾ ਹੋ ਗਿਆ, ਸਾਊਥ ਕੋਰੀਆ ਹੋ ਗਿਆ, ਇੰਡੀਆ ਹੋ ਗਿਆ, ਇਹ ਬਹੁਤ ਇੰਪੋਰਟੈਂਟ ਨੇ। ਤੇ ਸਾਊਦੀ ਅਰੇਬੀਆ, ਤੁਹਾਨੂੰ ਪਤਾ ਵੀ ਆਪਾਂ ਗਲਫ ਦੀ ਗੱਲ ਕੀਤੀ, ਉਹਨਾਂ 'ਚੋਂ ਮੋਸਟ ਜਿਹੜਾ ਡੋਮੀਨੇਟਿੰਗ ਕੰਟਰੀ ਹੈ ਗਲਫ ਦੇ ਵਿੱਚ ਉਹ ਸਾਊਦੀ ਅਰੇਬੀਆ। ਤਾਂ ਗਲਫ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕਹਿ ਲਓ ਸਾਊਥ ਕੋਰੀਆ ਹੋ ਗਿਆ। ਤੇ ਏਸ਼ੀਆ ਦੇ ਵਿੱਚੋਂ ਜੋ ਇੰਪੋਰਟੈਂਟ ਇਕਨੋਮਿਕ ਪਾਵਰਸ ਨੇ, ਮੇਨ ਇਕਨੋਮਿਕ ਪਾਵਰਸ ਨੇ, ਉਹ ਇਹਦਾ ਹਿੱਸਾ ਹੋ ਗਈਆਂ। ਪਲੱਸ ਅਫਰੀਕਨ ਕੰਟੀਨੈਂਟ ਦੀ ਗੱਲ ਕਰਦੇ ਹਾਂ ਤਾਂ ਬ੍ਰਾਜ਼ੀਲ ਇੰਪੋਰਟੈਂਟ, ਤੁਹਾਨੂੰ ਪਤਾ ਇਹ ਵੀ ਨਿਊਜ਼ ਦੇ ਵਿੱਚ ਹੀ ਰਹਿੰਦਾ। ਅਰਜਨਟੀਨਾ ਹੋ ਗਿਆ, ਜਾਂ ਤੁਸੀਂ ਐਵੇਂ ਕਰ ਲਓ ਵੀ 2 ਫੁੱਟਬਾਲ ਦੀਆਂ ਜੋ ਅਫਰੀਕਾ ਦੀਆਂ ਮੇਨ ਟੀਮਸ ਨੇ ਨਾ ਅਫਰੀਕਨ ਕੰਟੀਨੈਂਟ, ਸਾਊਥ ਅਮਰੀਕਨ ਕੰਟੀਨੈਂਟ ਤੋਂ, ਬ੍ਰਾਜ਼ੀਲ ਤੇ ਅਰਜਨਟੀਨਾ। ਅਰਜਨਟੀਨਾ ਦੇ ਵਿੱਚ ਤੁਹਾਨੂੰ ਪਤਾ ਕ੍ਰਿਸਟੀਨੋ ਰੋਨਾਲਡੋ ਹੈ, ਬ੍ਰਾਜ਼ੀਲ ਦੇ ਵਿੱਚ ਵੀ ਆਪਣਾ ਉਹ ਕਾਕਾ, ਸ਼ਾਇਦ ਹਾਂ ਕਾਕਾ ਹੀ ਹੈ ਸ਼ਾਇਦ ਉਹਦਾ ਨਾਂ। ਤੇ ਇਹ ਮਤਲਬ ਇੰਪੋਰਟੈਂਟ ਦੋਨੋਂ ਹੋ ਗਈਆਂ, ਇੱਥੋਂ ਯਾਦ ਰੱਖ ਸਕਦੇ ਹੋ ਤੁਸੀਂ ਇਹਨੂੰ। ਚਾਈਨਾ ਦਾ ਹੋ ਹੀ ਗਿਆ, ਪਲੱਸ ਸਾਊਥ ਅਫਰੀਕਾ ਹੋ ਗਿਆ, ਕਿਉਂਕਿ ਸਾਊਥ ਅਫਰੀਕਾ ਦੀ ਇੱਕ ਇੰਪੋਰਟੈਂਟ ਕੰਟਰੀ ਹੈ ਇਕਨੋਮਿਕ ਪੁਆਇੰਟ ਆਫ ਵਿਊ ਤੋਂ। ਤੇ ਮੈਕਸੀਕੋ ਹੋ ਗਿਆ ਤੇ ਇੰਡੋਨੇਸ਼ੀਆ ਹੋ ਗਿਆ। ਠੀਕ ਹੈ ਜੀ, ਮਤਲਬ ਹਰ ਇੱਕ ਕੰਟੀਨੈਂਟ ਦੇ ਜੋ ਇੰਪੋਰਟੈਂਟ ਇਕਨੋਮਿਕ ਨੇਸ਼ਨਸ ਨੇ ਉਹ ਇਹਦੇ ਮੈਂਬਰ ਸਟੇਟਸ ਨੇ। ਧਿਆਨ ਰੱਖਿਓ ਇਹ ਗੱਲ। ਤੇ ਫਿਰ ਆਪਾਂ ਕੁਐਸਚਨ ਦੀ ਗੱਲ ਕਰੀਏ, ਜਿਹੜਾ ਆਪਾਂ ਕੁਐਸਚਨ ਡਿਸਕਸ ਕਰ ਰਹੇ ਸੀ, ਇਹ ਹੁਣ ਸ਼ਾਇਦ ਹੋ ਜਾਣਾ ਚਾਹੀਦਾ, ਥੋੜਾ ਜਿਹਾ ਸੌਖਾ ਹੋ ਜੂ। ਪਹਿਲੀ ਆਪਸ਼ਨ ਆਪਾਂ ਚਲੋ ਛੱਡੀਏ, ਪਹਿਲਾਂ ਇਹਨੂੰ ਗੱਲ ਕਰੀਏ। ਆਸਟ੍ਰੇਲੀਆ, ਕੈਨੇਡਾ, ਮਲੇਸ਼ੀਆ ਤੇ ਨਿਊਜ਼ੀਲੈਂਡ। ਦੇਖੋ ਨਾ ਤਾਂ ਮਲੇਸ਼ੀਆ ਦਾ ਪਾਰਟ ਹੈ ਨਾ ਹੀ ਨਿਊਜ਼ੀਲੈਂਡ ਪਾਰਟ ਹੈ, ਦੈਟ ਮੀਨਸ ਇਟ ਇਜ਼ ਰੋਂਗ। ਦੈਨ ਉਹ ਤੋਂ ਬਾਅਦ ਬ੍ਰਾਜ਼ੀਲ, ਈਰਾਨ, ਸਾਊਦੀ ਅਰੇਬੀਆ, ਵੀਅਤਨਾਮ। ਸਾਊਦੀ ਅਰੇਬੀਆ ਤੇ ਬ੍ਰਾਜ਼ੀਲ ਪਾਰਟ ਹੈਗੇ ਨੇ ਬਟ ਈਰਾਨ ਨਹੀਂ ਹੈ, ਵੀਅਤਨਾਮ ਨਹੀਂ ਹੈ। ਠੀਕ ਹੈ ਜੀ, ਦੈਨ ਨੈਕਸਟ ਵਨ ਇਜ਼ ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਤੇ ਸਾਊਥ ਕੋਰੀਆ। ਇਹਨਾਂ 'ਚੋਂ ਸਿੰਗਾਪੁਰ ਨਹੀਂ ਹੈ, ਪਲੱਸ ਇੰਡੋਨੇਸ਼ੀਆ ਨਹੀਂ ਹੈ। ਤਾਂ ਆਪਸ਼ਨ ਬਚੀ ਏ, ਅਰਜਨਟੀਨਾ, ਮੈਕਸੀਕੋ, ਸਾਊਥ ਅਫਰੀਕਾ ਐਂਡ ਟਰਕੀ। ਸੌਖਾ ਹੀ ਸੀ। ਜੇ ਆਪਾਂ ਇੱਕ ਵਾਰੀ ਇਹਦੇ ਨਾਮਸ ਪੜ੍ਹਦੇ ਹਾਂ ਤਾਂ ਅਸੀਂ ਐਲੀਮੀਨੇਟ ਕਰਨ ਦਾ ਸਾਡੇ ਕੋਲੇ ਕਹਿ ਲਓ ਵੀ ਇੱਕ ਈਜ਼ੀ ਹੋ ਜਾਂਦਾ, ਆਪਾਂ ਆਪਸ਼ਨ ਦੇ ਵਿੱਚੋਂ ਐਲੀਮੀਨੇਟ ਕਰਨਾ। ਠੀਕ ਹੈ, ਇੱਥੇ ਤੁਸੀਂ ਨਿਊਜ਼ੀਲੈਂਡ ਦਾ ਡਾਊਟ ਕਰ ਸਕਦੇ ਹੋ ਬਟ ਮਲੇਸ਼ੀਆ ਤੇ ਡਾਊਟ ਨਹੀਂ ਕਰ ਸਕਦੇ। ਮਲੇਸ਼ੀਆ ਨਹੀਂ ਹੋ ਸਕਦਾ ਇਹਦੇ 'ਚ। ਵੀਅਤਨਾਮ ਤੇ ਈਰਾਨ ਦੋਨੋਂ ਹੀ ਨਹੀਂ ਹੋ ਸਕਦੇ, ਕਿਉਂਕਿ ਈਰਾਨ ਦਾ US ਦਾ ਕੋਈ ਉਹਨਾਂ ਦਾ ਲੈਣ ਦੇਣ ਹੀ ਨਹੀਂ, ਉਹਨਾਂ ਦੇ ਰਿਲੇਸ਼ਨ ਬਹੁਤ ਖਰਾਬ ਨੇ। ਤਾਂ ਇੱਕੋ ਗਰੁੱਪਿੰਗ ਦੇ ਵਿੱਚ ਉਹਨਾਂ ਦੋਨਾਂ ਦਾ ਹੋਣਾ ਬਹੁਤ ਮੁਸ਼ਕਿਲ ਹੈ। ਈਰਾਨ ਆਪਾਂ ਐਲੀਮੀਨੇਟ ਕਰਤਾ। ਇੱਥੋਂ ਸਿੰਗਾਪੁਰ ਇੱਕ ਛੋਟਾ ਜਿਹਾ ਮਾਈਨਿਊਟ ਜਿਹਾ ਕੰਟਰੀ ਹੈ, ਇਕਨੋਮਿਕ ਠੀਕ ਹੈ, ਉਹ ਕੰਟਰੀ ਆਪਣੇ ਬੇਸਿਸ 'ਤੇ ਠੀਕ ਹੈ, ਬਟ ਗਲੋਬਲ ਦੇ ਲਈ, ਗਲੋਬਲ ਆਪਾਂ ਇਕਨੋਮੀ ਦੇ ਦੇਖੀਏ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਦੈਨ ਜੋ ਸਾਡਾ ਅੱਜ ਦਾ ਸੈਕਿੰਡ ਲਾਸਟ ਟੌਪਿਕ ਹੈ, ਦੈਟ ਇਜ਼ ਸਟੈਚੂ ਆਫ ਪ੍ਰੋਸਪੈਰਿਟੀ। ਬਹੁਤ ਇੰਪੋਰਟੈਂਟ ਹੈ। ਇੱਦਾਂ ਦੇ ਕੁਐਸਚਨ ਅਕਸਰ ਪੁੱਛੇ ਜਾਂਦੇ ਨੇ। ਮੈਚ ਦਾ ਫੋਲੋਇੰਗ, ਜਿੱਦਾਂ ਮੈਂ ਤੁਹਾਡੇ ਲਈ ਕਿਤੇ ਕੁਐਸਚਨ ਬਣਾਇਆ, ਇਹਨੂੰ ਤੁਸੀਂ ਆਨਸਰ ਕਰੋ
ਸਟੈਚੂ ਜਾਂ ਕੋਈ ਮੋਨੂਮੈਂਟ ਹੈ ਉਹਦਾ ਨਾਂ ਦਿੱਤਾ ਤੇ ਇੱਧਰ ਆਪਾਂ ਲੋਕੇਸ਼ਨ ਦੱਸੀ ਹੈ ਵੀ ਕਿੱਥੇ ਲੋਕੇਟਡ ਆ ਉਹ। ਫਸਟ ਵਨ ਇਜ਼ ਸਟੈਚੂ ਆਫ ਇਕੁਐਲਿਟੀ, ਇਹਦੇ ਲਈ ਜੋ ਆਪਸ਼ਨ ਹੈ ਉਹ ਹੈ ਜੰਮੂ ਐਂਡ ਕਸ਼ਮੀਰ, ਠੀਕ ਹੈ ਜੀ। ਨੈਕਸਟ ਸਟੈਚੂ ਆਫ ਯੂਨਿਟੀ ਗੁਜਰਾਤ, ਸਟੈਚੂ ਆਫ ਪ੍ਰੋਸਪੈਰਿਟੀ ਕਰਨਾਟਕਾ ਤੇ ਸਟੈਚੂ ਆਫ ਪੀਸ ਤੇਲੰਗਾਨਾ। ਇਹ ਇੰਡੀਆ ਦੇ 4 ਇੰਪੋਰਟੈਂਟ ਸਟੈਚੂਜ਼ ਨੇ ਜੋ ਰੀਸੈਂਟ ਟਾਈਮ ਦੇ ਵਿੱਚ ਇਨੈਗੋਰੇਟ ਕੀਤੇ ਗਏ ਨੇ ਤੇ ਰੀਸੈਂਟਲੀ ਸਟੈਚੂ ਆਫ ਪ੍ਰੋਸਪੈਰਿਟੀ ਨੂੰ ਇਨੈਗੋਰੇਟ ਕੀਤਾ। ਦੈਟਸ ਵਾਈ the such monuments holds an importance for our from the point of view of from the peace point of view, ठीक है। ਤਾਂ ਧਿਆਨ ਚ ਰੱਖਣੇ ਪੈਣੇ, ਤੁਹਾਨੂੰ ਇਹ ਯਾਦ ਰੱਖਣੇ ਪੈਣੇ ਆ। ਇਹਦਾ ਆਨਸਰ ਕਰੋ ਤੇ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਇਹਦੇ ਬਾਰੇ। ਸਟੈਚੂ ਆਫ ਪ੍ਰੋਸਪੈਰਿਟੀ ਕਿਉਂ ਨਿਊਜ਼ 'ਚ ਹੈ? ਬਿਕੋਜ਼ ਰੀਸੈਂਟਲੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜੋ ਕੈਂਪੇ ਗੌੜਾ ਹੈ ਉਹਨਾਂ ਦਾ ਸਟੈਚੂ ਅਨਵੇਲ ਕੀਤਾ ਬੈਂਗਲੁਰੂ ਦੇ ਵਿੱਚ, ਕਰਨਾਟਕਾ ਦੇ ਵਿੱਚ, ਠੀਕ ਹੈ ਜੀ। ਕਿਉਂ ਕੈਂਪੇ ਗੌੜਾ, ਇਹਦੇ ਕੀ ਉਹਨਾਂ ਦੀ ਕੀ ਇੰਪੋਰਟੈਂਟ ਉਹਨਾਂ ਦਾ ਰੋਲ ਰਿਹਾ ਹਿਸਟਰੀ ਦੇ ਵਿੱਚ ਕਹਿ ਲਓ, ਜਾਂ ਇੰਡੀਆ ਦੇ ਕੰਟੈਕਸਟ ਦੀ ਆਪਾਂ ਗੱਲ ਕਰਦੇ ਹਾਂ ਵੀ ਉਹਦਾ ਸਟੈਚੂ, ਉਹਨਾਂ ਦਾ ਸਟੈਚੂ ਬਣਾਤਾ ਉੱਥੇ। ਉਹਨਾਂ ਦਾ ਮੇਨ ਜੋ ਰੋਲ ਰਿਹਾ ਕੈਂਪੇ ਗੌੜਾ ਜੀ ਦਾ ਉਹ ਇਹ ਸੀ ਕਿ ਜੋ ਸਿਟੀ ਆਫ ਬੈਂਗਲੌਰ ਹੈ ਨਾ, ਬਹੁਤ ਇੰਪੋਰਟੈਂਟ ਸਿਟੀ ਆ ਅੱਜ ਸਾਡੀ, ਉਹ ਇੱਕ ਜਿਵੇਂ ਆਪਾਂ ਜੋ ਵੀ ਸਾਡੇ ਮੈਟਰੋਪੋਲੀਟਨ ਸਿਟੀਜ਼ ਦੀ ਗੱਲ ਕਰਦੇ ਹਾਂ ਤਾਂ ਬੈਂਗਲੁਰੂ ਉਹਨਾਂ ਦੇ ਵਿੱਚੋਂ ਇੱਕ ਆਉਂਦਾ। ਤੇ ਬੈਂਗਲੌਰ ਸਿਟੀ ਦੀ ਜੋ ਸਥਾਪਨਾ ਹੈ ਉਹਨੂੰ ਐਸਟੈਬਲਿਸ਼ ਕੀਤਾ ਸੀ ਕੈਂਪੇ ਗੌੜਾ ਨੇ, ਕਦੋਂ? 1509 ਦੇ ਵਿੱਚ, 1537 ਦੇ ਵਿੱਚ, ਠੀਕ ਹੈ ਜੀ। ਦੈਟਸ ਵਾਈ ਕਿਉਂਕਿ ਬੈਂਗਲੌਰ ਸਿਟੀ ਨੂੰ ਫਾਊਂਡ ਕੀਤਾ ਤਾਂ ਜੋ ਬੈਂਗਲੌਰ ਸਿਟੀ ਦੇ ਵਿੱਚ ਇਹਨਾਂ ਦਾ ਸਟੈਚੂ, ਬ੍ਰੌਂਜ ਦਾ ਸਟੈਚੂ ਆ, 108 ਫੀਟ ਟਾਲ ਇਹ ਸਟੈਚੂ ਆ। ਮੈਟਲ ਵੀ ਪੁੱਛੀ ਜਾ ਸਕਦੀ ਹੈ ਕਿ ਕਿਹੜੇ ਸਟੈਚੂ ਦਾ, ਕਿਹੜੀ ਮੈਟਲ ਦਾ ਬਣਿਆ। 108 ਫੁੱਟ ਉੱਚਾ, 108 ਫੁੱਟ ਲੰਮਾ ਤੇ ਬ੍ਰੌਂਜ ਦਾ ਇਹ ਸਟੈਚੂ ਆ ਕੈਂਪੇ ਗੌੜਾ ਦਾ, ਬੈਂਗਲੌਰ ਦੇ ਵਿੱਚ ਹੈ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ ਵੀ ਕਿੱਥੇ ਸਿਚੁਏਟਡ ਹੈ, ਇਟ ਇਜ਼ ਇਨ ਬੈਂਗਲੌਰ। ਤੇ ਥੋੜੇ ਦਿਨ ਪਹਿਲਾਂ ਹੀ ਅਨਵੇਲ ਕੀਤਾ ਇਹ, ਤੇ ਆ ਇਹਨਾਂ ਦੀਆਂ ਕੁਝ ਸਪੈਸੀਫਿਕੇਸ਼ਨਸ ਦੇ ਰੱਖੀਆਂ ਨੇ ਵੀ 108 ਫੁੱਟ ਟਾਲ ਹੈ, ਬ੍ਰੌਂਜ ਦਾ ਹੈ, ਵਰਲਡ ਬੁੱਕ ਦੇ ਵਿੱਚ ਰਿਕਾਰਡ ਹੋਇਆ। ਕਿਉਂ ਰਿਕਾਰਡ ਹੋਇਆ? ਵੀ ਵਰਲਡ ਦੇ ਜਿੰਨੀਆਂ ਵੀ ਕੋਈ ਇੰਪੋਰਟੈਂਟ ਸਿਟੀਜ਼ ਦੇ ਕੁਝ ਇੰਪੋਰਟੈਂਟ ਫਾਊਂਡਰਸ ਨੇ, ਜੇ ਉਹਨਾਂ ਦੇ ਆਪਾਂ ਸਟੈਚੂਜ਼ ਦੀ ਗੱਲ ਕਰੀਏ ਤਾਂ ਇਹ ਹਲੇ ਤੱਕ ਦਾ ਵਰਲਡ ਦਾ ਸਭ ਤੋਂ ਟਾਲੈਸਟ ਸਟੈਚੂ ਹੈ ਸਿਟੀ ਫਾਊਂਡਰਸ ਦਾ, ਠੀਕ ਹੈ। ਤੇ ਇਹਦੀ ਸਵਾਰਡ ਚਲੋ ਠੀਕ ਹੈ, ਇਹਨਾਂ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਨਹੀਂ ਹੈ। ਤੇ ਕੈਂਪੇ ਗੌੜਾ ਨੇ ਸਿਟੀ ਫਾਊਂਡ ਕੀਤੀ ਸੀ ਤੇ ਕੈਂਪੇ ਗੌੜਾ ਵਾਜ਼ ਅ ਚੀਫ, ਇਹ ਇੱਕ ਮੁਖੀਆ ਸੀ, ਇੱਕ ਸਰਦਾਰ ਸੀ ਕਹਿ ਲਓ ਵਿਜੇਨਗਰਾ ਐਮਪਾਇਰ ਦੇ ਟਾਈਮ। ਜਦੋਂ ਆਪਾਂ ਹਿਸਟਰੀ ਕਰਾਂਗੇ ਨਾ, ਮੈਡੀਵਲ ਹਿਸਟਰੀ ਆਪਾਂ ਇੱਥੇ ਪੜਾਂਗੇ, ਉਹਦੇ ਵਿੱਚ ਵਿਜੇਨਗਰਾ ਐਮਪਾਇਰ ਆਉਂਦਾ। ਇਹ ਬਹੁਤ ਇੰਪੋਰਟੈਂਟ ਹੈ ਯੂਪੀਐਸਸੀ ਤੇ ਯੂਪੀਐਸਸੀ ਲਈ ਜ਼ਿਆਦਾ ਇੰਪੋਰਟੈਂਟ ਹੈ, ਪੀਸੀਐਸ ਦੇ ਲਈ ਚਲੋ ਇੰਨਾ ਬਹੁਤ ਇੰਪੋਰਟੈਂਟ ਨਹੀਂ ਹੈ ਕਿਉਂਕਿ ਇੱਕ ਅਲੱਗ ਸਟੇਟ ਦਾ, ਇੱਕ ਅਲੱਗ ਰੀਜਨ ਦਾ ਐਮਪਾਇਰ ਹੈ, ਪੰਜਾਬ ਦੇ ਲਈ ਬਹੁਤ ਜ਼ਿਆਦਾ ਰੈਲੇਵੈਂਸ ਨਹੀਂ ਹੈ ਉਹਦੀ। ਸੋ ਉਸ ਐਮਪਾਇਰ ਦੇ ਵਿੱਚ ਕੈਂਪੇ ਗੌੜਾ ਵਾਜ਼ ਅ ਚੀਫ। ਤੇ ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ ਕਿ KGIA, ਜਿੱਦਾਂ ਆਪਣਾ ਕੈਂਪੇ ਗੌੜਾ ਇੰਟਰਨੈਸ਼ਨਲ ਏਅਰਪੋਰਟ ਹੈ, ਬੈਂਗਲੌਰ ਦਾ ਜੋ ਏਅਰਪੋਰਟ ਹੈ ਉਹਨੂੰ ਵੀ ਕੈਂਪੇ ਗੌੜਾ ਦੇ ਨਾਂ ਤੇ ਹੀ ਨੇਮ ਕੀਤਾ ਗਿਆ, ਦੈਟ ਇਜ਼ ਨੇਮਡ ਐਜ਼ ਕੈਂਪੇ ਗੌੜਾ ਇੰਟਰਨੈਸ਼ਨਲ ਏਅਰਪੋਰਟ, ਠੀਕ ਹੈ ਜੀ। ਤੇ ਹੁਣ ਆਪਾਂ ਜੋ ਆਪਣਾ ਕੁਐਸਚਨ ਸੀ ਉਹਦੀ ਗੱਲ ਕਰਦੇ ਹਾਂ। ਫਸਟ ਵਨ ਸਟੈਚੂ ਆਫ ਇਕੁਐਲਿਟੀ JNK, ਦੇਖੀਏ ਕਿਸੇ ਨੇ ਆਨਸਰ ਕੀਤਾ ਕਿ ਨਹੀਂ? ਨਹੀਂ, ਸ਼ਾਇਦ ਕਿਸੇ ਨੇ ਆਨਸਰ ਨਹੀਂ ਕੀਤਾ ਇਹਦਾ, ਚਲੋ ਕੋਈ ਨਹੀਂ। ਸਟੈਚੂ ਆਫ ਇਕੁਐਲਿਟੀ ਕਹਿੰਦੇ JNK ਹੈ, ਸਟੈਚੂ ਆਫ ਯੂਨਿਟੀ ਕਹਿੰਦੇ ਗੁਜਰਾਤ 'ਚ ਹੈ, ਸਟੈਚੂ ਆਫ ਪ੍ਰੋਸਪੈਰਿਟੀ ਕਰਨਾਟਕ 'ਚ ਹੈ, ਸਟੈਚੂ ਆਫ ਪੀਸ ਤੇਲੰਗਾਨਾ 'ਚ। ਇਹਨਾਂ 'ਚੋਂ ਜੋ ਵਿੱਚ ਵਾਲੀਆਂ ਦੋ ਆਪਸ਼ਨਸ ਨੇ ਨਾ ਉਹ ਦੋਨੋਂ ਠੀਕ ਨੇ। ਸਟੈਚੂ ਆਫ ਯੂਨਿਟੀ ਇਜ਼ ਇਨ ਗੁਜਰਾਤ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨਾਂ ਨੂੰ ਕਹਿ ਲਓ ਵੀ ਰਿਪਰੈਜ਼ੈਂਟ ਕਰਦਾ ਹੈ ਸਟੈਚੂ? ਸਰਦਾਰ ਵੱਲਭ ਭਾਈ ਪਟੇਲ। ਇੰਡੀਅਨ ਇੰਡੀਪੈਂਡੈਂਸ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਰੋਲ ਰਿਹਾ, ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ, ਜਾਂ ਇੰਡੀਆ ਦੀ ਜੋ ਯੂਨੀਫਿਕੇਸ਼ਨ ਹੋਈ ਆ ਬਾਅਦ ਚੋਂ ਪ੍ਰਿੰਸਲੀ ਸਟੇਟਸ ਦੀ। ਇਹਨਾਂ ਨੂੰ ਵੱਲਭ ਭਾਈ ਪਟੇਲ ਨੂੰ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇਹਨਾਂ ਨੇ ਇੰਡੀਆ ਦੀਆਂ ਜੋ ਪ੍ਰਿੰਸਲੀ ਸਟੇਟਸ ਸੀ ਨਾ, ਅਰਾਊਂਡ 550 ਪ੍ਰਿੰਸਲੀ ਸਟੇਟਸ ਸੀ ਐਟ ਦਾ ਟਾਈਮ ਆਫ ਇੰਡੀਪੈਂਡੈਂਸ, ਉਹਨਾਂ ਨੂੰ ਇਕੱਠੀਆਂ ਕਰਕੇ ਜੋ ਇੰਡੀਆ ਅੱਜ ਦਾ ਜੋ ਇੰਡੀਆ ਹੈ ਉਹਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਦੈਟਸ ਵਾਈ ਇਹਨਾਂ ਦੇ ਨਾਂ ਤੇ ਤਾਂ ਹੀ ਇਹਨੂੰ ਯੂਨਿਟੀ ਦਾ ਸਟੈਚੂ ਕਿਹਾ ਗਿਆ, ਕਿਉਂਕਿ ਇੰਡੀਆ ਨੂੰ ਯੂਨਾਈਟ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ। ਦੈਨ ਸੈਕੰਡ ਸਟੈਚੂ ਆਫ ਪ੍ਰੋਸਪੈਰਿਟੀ ਇਜ਼ ਇਨ ਕਰਨਾਟਕਾ, ਆਪਾਂ ਹੁਣੇ ਕਰਕੇ ਹਟੇ ਹਾਂ ਕੈਂਪੇ ਗੌੜਾ ਜੀ ਦਾ ਜੋ ਕਰਨਾਟਕ ਦੇ ਵਿੱਚ ਆ। ਤੇ ਫਿਰ ਸਟੈਚੂ ਆਫ ਇਕੁਐਲਿਟੀ ਇਹ ਜੰਮੂ ਕਸ਼ਮੀਰ 'ਚ ਨਹੀਂ ਹੈ, ਇਹ ਤੇਲੰਗਾਨਾ 'ਚ ਹੈ। ਸਟੈਚੂ ਆਫ ਇਕੁਐਲਿਟੀ ਇਜ਼ ਇਨ ਤੇਲੰਗਾਨਾ ਐਂਡ ਸਟੈਚੂ ਆਫ ਪੀਸ ਇਜ਼ ਇਨ ਜੰਮੂ ਐਂਡ ਕਸ਼ਮੀਰ, ਠੀਕ ਹੈ ਜੀ। ਇਹ ਜੋ ਦੋਨੋਂ ਆਪਸ਼ਨਸ ਤੁਹਾਨੂੰ ਦਿੱਤੀਆਂ ਸੀ, ਇਹ ਦੋਨੋਂ ਕਹਿ ਲਓ ਵੀ ਇੰਟਰਚੇਂਜ ਕਰਕੇ ਲਿਖਣੀਆਂ ਸੀ। ਉਹਦੀ ਜੰਮੂ ਕਸ਼ਮੀਰ ਦੀ ਥਾਂ ਤੇ ਤੇਲੰਗਾਨਾ, ਤੇਲੰਗਾਨਾ ਦੀ ਥਾਂ ਤੇ ਜੰਮੂ ਕਸ਼ਮੀਰ। ਤੇ ਦੋਨੋਂ ਜਿਹੜੇ ਸਟੈਚੂਜ਼ ਨੇ ਇਕੁਐਲਿਟੀ ਐਂਡ ਪੀਸ,
ਇਹ ਕਿਹੜੀ ਪਰਸਨੈਲਿਟੀ ਨੂੰ ਡੈਡੀਕੇਟ ਕੀਤੇ ਨੇ? ਇਹ ਕੀਤੇ ਨੇ ਜੋ ਸਾਡੇ ਭਗਤੀ ਮੂਵਮੈਂਟ ਦੇ ਵਿੱਚ ਸੇਂਟ ਹੋਏ ਨੇ ਨਾ, ਸੇਂਟ ਰਾਮਾਨੁਜਾਚਾਰਿਆ ਜੀ, ਉਹਨਾਂ ਨੂੰ ਡੈਡੀਕੇਟਡ ਨੇ। ਧਿਆਨ ਰੱਖਿਓ ਵੀ ਰਾਮਾਨੁਜਾਚਾਰਿਆ, ਇਹ ਇੰਪੋਰਟੈਂਟ ਹੈ। ਇਹ ਪੀਸੀਐਸ ਲਈ ਵੀ ਇੰਪੋਰਟੈਂਟ ਹੈ, ਇਹ ਯੂਪੀਐਸਸੀ ਲਈ ਵੀ ਇੰਪੋਰਟੈਂਟ ਹੈ। ਸਿੱਧਾ ਕੁਐਸਚਨ ਪੁੱਛਿਆ ਜਾ ਸਕਦਾ ਵੀ ਸਟੈਚੂ ਆਫ ਪੀਸ ਕਿਹੜੀ ਪਰਸਨੈਲਿਟੀ ਨੂੰ ਡੈਡੀਕੇਟਡ ਹੈ? ਉਹ ਹੈ ਰਾਮਾਨੁਜਾਚਾਰਿਆ। ਠੀਕ ਹੈ ਜੀ। ਤੇ ਲਾਸਟ ਜੋ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਪੰਜਾਬ ਦੇ ਨਾਲ ਸੰਬੰਧਿਤ ਹੈ, ਕਿਉਂਕਿ ਅਸੀਂ ਪੰਜਾਬ ਪੀਸੀਐਸ ਦੇ ਲਈ ਤਿਆਰੀ ਕਰ ਰਹੇ ਹਾਂ ਤਾਂ ਸਾਨੂੰ ਉੱਦਾਂ ਦੇ ਟੌਪਿਕਸ ਵੀ ਕਵਰ ਕਰਨੇ ਚਾਹੀਦੇ ਨੇ ਜਿਹੜੇ ਸਪੈਸੀਫਿਕਲੀ ਪੰਜਾਬ ਲਈ ਹੋਣ, ਬਟ ਇਹ ਇੰਡੀਆ ਲਈ ਵੀ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਰੀਸੈਂਟਲੀ ਏਸ਼ੀਆ ਦਾ ਲਾਰਜੈਸਟ ਬਾਇਓਗੈਸ ਕੰਪਰੈਸਡ ਬਾਇਓਗੈਸ ਪਲਾਂਟ ਇਨੈਗਰੇਟ ਕੀਤਾ ਗਿਆ ਪੰਜਾਬ ਦੇ ਵਿੱਚ। ਠੀਕ ਹੈ ਜੀ, ਏਸ਼ੀਆ ਦਾ ਲਾਰਜੈਸਟ ਹੈ। ਤੇ ਕੁਐਸਚਨ ਆਪਾਂ ਟੌਪਿਕ ਤੋਂ ਪਹਿਲਾਂ ਕੁਐਸਚਨ ਹੈ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਕੰਪਰੈਸਡ ਬਾਇਓਗੈਸ। ਸੀਬੀਜੀ ਬਾਰੇ ਤੁਸੀਂ ਡਿਸਕਸ ਕੰਸੀਡਰ ਕਰਨੀ ਹੈ। ਫਸਟ ਸਟੇਟਮੈਂਟ ਹੈ ਸੀਬੀਜੀ ਹੈਜ਼ ਅ ਮਿਥੇਨ ਕੰਟੈਂਟ ਆਫ ਮੋਰ ਦੈਨ 90%। ਸੈਕੰਡ ਸਟੇਟਮੈਂਟ ਇਜ਼ CBG has same calorific value and other properties as that of CNG। ਇਦਾਂ ਦੇ ਕੁਐਸਚਨ ਨੇ ਜੋ ਸਾਇੰਸ ਬੇਸਡ ਹੁੰਦੇ ਨੇ ਨਾ, ਕਿਉਂਕਿ ਸਾਇੰਸ ਐਂਡ ਟੈਕਨੋਲੋਜੀ ਪੰਜਾਬ ਪੀਸੀਐਸ ਦੇ ਵਿੱਚ ਇੱਕ ਅਲੱਗ ਤੋਂ ਟੌਪਿਕ ਹੈ। ਯੂਪੀਐਸਸੀ ਦੇ ਵਿੱਚ ਸਾਇੰਸ ਦੇ ਕੁਐਸਚਨ ਪੁੱਛਦੇ ਨੇ, ਬਟ ਇੰਨਾ ਉਹ ਕਹਿ ਲਓ ਵੀ ਡੈਪਥ ਦੇ ਵਿੱਚ ਨਹੀਂ ਜਾਂਦੇ, ਬਟ ਪੰਜਾਬ ਵਾਲੇ ਪੁੱਛ ਲੈਂਦੇ ਨੇ। ਪੰਜਾਬ ਪੀਸੀਐਸ ਦੇ ਵਿੱਚ 4 ਤੋਂ 5 ਕੁਐਸਚਨਸ ਜੋ ਸਾਇੰਸ ਹੈ ਨਾ ਉਹਦੇ ਨਾਲ ਰਿਲੇਟਡ ਹੁੰਦੇ ਨੇ, ਤਾਂ ਸਾਡੇ ਲਈ ਵੀ ਇੰਪੋਰਟੈਂਟ ਹੈ, ਕਿਉਂਕਿ ਪ੍ਰੋਜੈਕਟ ਵੀ ਸਾਡੇ ਪੰਜਾਬ ਦੇ ਵਿੱਚ ਇਹ ਹੋਇਆ ਤੇ ਸਾਨੂੰ ਇਹ ਕਰ ਲੈਣਾ ਚਾਹੀਦਾ। ਤੇ ਇਹਦਾ ਆਨਸਰ ਆਪਾਂ ਬਾਅਦ ਚੋਂ ਡਿਸਕਸ ਕਰਦੇ ਹਾਂ, ਪਹਿਲਾਂ ਆਪਾਂ ਟੌਪਿਕ ਕਵਰ ਕਰੀਏ ਆਪਣਾ। ਉਹ ਸਾਡਾ ਜੋ ਪਲਾਂਟ ਹੈ, ਠੀਕ ਹੈ ਜੀ, ਸੰਗਰੂਰ ਪੰਜਾਬ ਦੇ ਵਿੱਚ ਹੈ ਇਹ। ਆਪਾਂ ਇਹਦੀ ਪਰਟੀਕੂਲਰ ਲੋਕੇਸ਼ਨ ਵੀ ਤੁਹਾਨੂੰ ਦੱਸਦੇ ਹਾਂ ਵੀ ਸੰਗਰੂਰ ਦੇ ਵਿੱਚ ਕਿੱਥੇ ਹੈ। ਲਹਿਰਾ ਗਾਗਾ ਪੰਜਾਬ ਦੇ ਵਿੱਚ ਨਾ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ, ਟਾਊਨ ਹੈ ਲਹਿਰਾ ਗਾਗਾ, ਉੱਥੇ ਇਹਨੂੰ ਇਨੈਗਰੇਟ ਕੀਤਾ ਗਿਆ। ਠੀਕ ਹੈ ਜੀ, ਲਹਿਰਾ ਗਾਗਾ ਪੰਜਾਬ ਸੰਗਰੂਰ ਦੇ ਵਿੱਚ। ਤੇ ਇਹਨੂੰ ਸੈਟਅਪ ਕਿਹਨੇ ਕੀਤਾ? ਸੈਟਅਪ ਕੀਤਾ ਆਪਾਂ ਫੋਰਨ ਡਾਇਰੈਕਟ ਇਨਵੈਸਟਮੈਂਟ, ਇੱਕ ਜਰਮਨੀ ਦੀ ਕੰਪਨੀ ਹੈ ਵਰਬੀਓ ਏਜੀ। ਉਹਨਾਂ ਨੇ ਇਹਦੇ ਵਿੱਚ 220 ਕਰੋੜ ਰੁਪਈਆ ਇਨਵੈਸਟ ਕੀਤਾ। ਕੁਝ ਪੈਸੇ ਆਪਣੀ ਗਵਰਨਮੈਂਟ ਨੇ ਇਨਵੈਸਟ ਕੀਤੇ ਨੇ ਤੇ ਬਾਕੀ 220 ਕਰੋੜ ਜਰਮਨ ਦੀ ਇਸ ਕੰਪਨੀ ਨੇ ਇਨਵੈਸਟ ਕੀਤਾ। ਤੇ ਉਹਦੇ ਨਾਲ ਆਪਾਂ ਇਹ ਪ੍ਰੋਜੈਕਟ ਸੈਟਅਪ ਕੀਤਾ। ਵਨ ਆਫ ਦਾ ਟੌਪ ਬਾਇਓ ਐਨਰਜੀ ਕੰਪਨੀਜ਼ ਇਨ ਜਰਮਨੀ। ਠੀਕ ਹੈ ਜੀ। ਤੇ ਜੋ ਪਲਾਂਟ ਹੈ ਇਹ ਏਸ਼ੀਆ ਦਾ ਲਾਰਜੈਸਟ ਹੈ। 20 ਕਿੱਲਿਆਂ ਦੇ ਵਿੱਚ ਇਹਦਾ ਏਰੀਆ ਗਾ, 20 ਏਕੜਸ ਦੇ ਵਿੱਚ ਹੈਗਾ ਇਹ। ਤੇ ਇਹਦੀ ਕੈਪੈਸਿਟੀ ਕੀ ਹੈ? ਕਿਉਂਕਿ ਇਹਨੇ ਮੇਨਲੀ ਜੋ ਪੈਡੀ ਸਟਰॉ ਹੈ ਨਾ, ਪੈਡੀ ਸਟਰॉ ਨੂੰ ਐਜ਼ ਅ ਉਹਨੂੰ ਆਪਾਂ ਕਨਵਰਟ ਕਰਨਾ ਕਾਹਦੇ 'ਚ? ਕੰਪਰੈਸਡ ਬਾਇਓਗੈਸ ਦੇ ਵਿੱਚ। ਤੇ ਡੇਲੀ 300 ਟਨ ਪੈਡੀ ਸਟਰॉ ਨੂੰ ਇਹਨੇ ਯੂਜ਼ ਕਰਨਾ, ਉਹਨੂੰ ਇਹਨੇ ਪ੍ਰੋਸੈਸ ਕਰਨਾ। ਠੀਕ ਹੈ ਜੀ, 300 ਟਨਸ ਆਫ ਪੈਡੀ ਸਟਰॉ। ਮਤਲਬ ਇਹ ਵੀ ਪੈਡੀ ਮੈਨੇਜਮੈਂਟ ਦੇ ਲਈ ਵੀ ਇਹਦਾ ਬਹੁਤ ਇੰਪੋਰਟੈਂਟ ਰੋਲ ਹੈ। ਫਿਰ ਆਪਾਂ ਇਹਦੇ ਬੈਨੀਫਿਟਸ ਆਪਾਂ ਨੂੰ ਕੀ ਹੋਣਗੇ? ਜਿਵੇਂ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਆਪਾਂ CNG ਬਹੁਤ ਯੂਜ਼ ਕਰ ਰਹੇ ਹਾਂ, ਡੀਜ਼ਲ ਤੇ ਪੈਟਰੋਲ ਦੇ ਨਾਲ ਨਾਲ CNG ਵਾਲੇ ਵਹੀਕਲਸ ਵੀ ਬਹੁਤ ਨੇ, ਬਟ CNG ਵੀ ਉਨੀ ਜ਼ਿਆਦਾ ਇਕੋ ਫਰੈਂਡਲੀ ਨਹੀਂ ਹੈ ਜਿੰਨੀ CBG ਹੈ। ਤਾਂ ਜੋ CBG ਹੈ ਇਹਨੂੰ ਆਪਾਂ CNG ਦੇ ਆਲਟਰਨੇਟਿਵ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ। ਤੇ ਇਹਦੇ ਲਈ ਇੱਕ ਸੈਂਟਰਲ ਗਵਰਨਮੈਂਟ ਦਾ ਪਲਾਨ ਹੈ, ਸਸਟੇਨੇਬਲ ਆਲਟਰਨੇਟਿਵ ਟੂਵਰਡਸ ਅਫੋਰਡੇਬਲ ਟਰਾਂਸਪੋਰਟੇਸ਼ਨ। ਠੀਕ ਹੈ ਜੀ। ਉਹ ਸਕੀਮ ਨੂੰ ਜੋ ਉਸ ਸਕੀਮ ਦੇ ਗੋਲਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਇਹਨੇ ਪਲੇ ਕਰਨਾ। ਦੈਟਸ ਵਾਈ ਇਟ ਇਜ਼ ਇੰਪੋਰਟੈਂਟ। ਦੂਜਾ ਆਪਾਂ ਇਹਦਾ ਬੈਨੀਫਿਟ ਕਹਿ ਸਕਦੇ ਹਾਂ ਵੀ ਡੇਲੀ ਇਹਦੇ ਚੋਂ 600 ਤੋਂ ਲੈ ਕੇ 650 ਟਨ ਫਰਮੈਂਟਡ ਆਰਗੈਨਿਕ ਮੈਨਿਓਰ ਪ੍ਰੋਡਿਊਸ ਹੋਊ। ਕਿਉਂਕਿ ਜਿੱਥੇ ਆਪਾਂ ਕੋਈ ਪ੍ਰੋਡਕਟ ਆਪਾਂ ਬਣਾ ਰਹੇ ਹਾਂ, ਕੋਈ ਚੀਜ਼ ਆਪਾਂ ਕੰਜ਼ਿਊਮ ਕਰ ਰਹੇ ਹਾਂ, ਤਾਂ ਉਹਦਾ ਇੱਕ ਕਹਿ ਲਓ ਵੀ ਉਹਦਾ ਆਪਾਂ ਕਹਿ ਲਓ ਵੀ ਇੱਕ ਨਾਲ ਕੁਛ ਨਾ ਕੁਛ ਵੇਸਟੇਜ ਵੀ ਨਿਕਲਦੀ ਆ। ਤੇ ਇਹਦੇ ਨਾਲ ਉਹ ਵੇਸਟੇਜ ਕੀ ਆ? ਉਹ ਹੈ ਫਰਮੈਂਟਡ ਆਰਗੈਨਿਕ ਮੈਨਿਓਰ। ਇੱਕ ਮੈਨਿਓਰ ਦੇ ਫਾਰਮ ਚੋਂ ਨਿਕਲ ਆਉਂਦਾ, ਉਹਨੂੰ ਆਪਾਂ ਆਰਗੈਨਿਕ ਫਾਰਮਿੰਗ ਦੇ ਲਈ ਵੀ ਯੂਜ਼ ਕਰ ਸਕਦੇ ਹਾਂ, ਤਾਂ ਜਿਹਦੇ ਨਾਲ ਸਾਡਾ ਫਰਟੀਲਾਈਜ਼ਰਸ ਦੇ ਉੱਪਰ ਡਿਪੈਂਡੈਂਸ ਵੀ ਘਟੂ। ਦੈਨ ਲਾਸਟ ਜਿਵੇਂ ਆਪਾਂ ਕੀਤਾ ਵੀ ਪੈਡੀ ਸਟਬਲ ਮੈਨੇਜਮੈਂਟ, ਡੈਫੀਨੇਟਲੀ ਉਹ ਇਜ਼ ਗੋਇੰਗ ਟੂ ਬੀ ਅ ਵੈਰੀ ਬਿਗ ਬੈਨੀਫਿਟ, ਸਪੈਸ਼ਲੀ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਪੋਲਿਊਸ਼ਨ ਇੱਕ ਬਹੁਤ ਵੱਡਾ ਇਸ਼ੂ ਹੈ ਤੇ ਉਹਨੂੰ ਟੈਕਲ ਕਰਨ ਦੇ ਵਿੱਚ ਵੀ ਇਹ ਹੈਲਪ ਕਰੂ। ਬਟ ਇਹ ਇੱਥੇ ਸਾਨੂੰ ਬਹੁਤ ਲੱਗ ਰਿਹਾ ਵੀ 300 ਟਨ ਡੇਲੀ ਇਹਨੇ ਯੂਜ਼ ਕਰਨਾ, ਬਟ ਉਹ ਬਹੁਤ ਜ਼ਿਆਦਾ ਇਹਦੇ ਜੋ ਪਲਾਂਟ ਜਿੱਥੇ ਲੱਗਿਆ ਨਾ ਉਹਦੇ ਆਸੇ-ਪਾਸੇ ਦਾ 10 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਦਾ ਜਿੰਨਾ ਏਰੀਆ, ਸਿਰਫ ਓਨੇ ਏਰੀਏ ਦੀ ਪੈਡੀ ਨੂੰ ਹੀ ਟੈਕਲ ਕਰ ਸਕਦਾ ਇਹ। ਤਾਂ ਮਤਲਬ ਇਹ ਹੈ ਵੀ ਸਾਨੂੰ ਇਸ ਤਰ੍ਹਾਂ ਦੇ ਹੋਰ ਪਲਾਂਟਸ ਲਾਉਣ ਦੀ ਜ਼ਰੂਰਤ ਹੈ ਜੇ ਅਸੀਂ ਪੈਡੀ ਸਟਬਲ ਬਰਨਿੰਗ ਦਾ ਇਸ਼ੂ ਹੈ ਉਹਨੂੰ ਆਪਾਂ ਕੰਪਲੀਟਲੀ ਆਪਾਂ ਉਹਨੂੰ ਕਹਿ ਲਓ ਵੀ ਕੰਟਰੋਲ ਕਰਨਾ ਚਾਹੁੰਦੇ ਹਾਂ। ਠੀਕ ਹੈ ਜੀ। ਤੇ ਹੁਣ ਆਪਾਂ CBG ਗੈਸ ਬਾਰੇ ਗੱਲ ਕਰ ਲਈਏ।
ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਬਾਇਓਗੈਸ ਤਾਂ ਸਾਰਿਆਂ ਨੇ ਸੁਣੀ ਹੀ ਹੋਣੀ ਹੈ ਨਾ, ਮੋਸਟਲੀ ਜੋ ਪਿੰਡਾਂ ਤੋਂ ਨੇ ਉਹਨਾਂ ਨੂੰ ਪਤਾ ਉਹ ਘਰਾਂ ਦੇ ਵਿੱਚ ਵੀ ਬਾਇਓਗੈਸ ਪਲਾਂਟਸ ਲੱਗੇ ਹੋਏ ਨੇ। ਕਿਵੇਂ ਬਾਇਓਗੈਸ ਆਪਾਂ ਜੋ ਵੇਸਟੇਜ ਹੈ ਕੁਝ ਸਾਡੇ ਕਹਿ ਲਓ ਵੀ ਐਨੀਮਲਸ ਦੀ ਜੋ ਕਹਿ ਲਓ ਹੁੰਦਾ ਜੋ ਉਹ ਆਪਾਂ ਯੂਜ਼ ਕਰਦੇ ਹਾਂ ਉਹਦੇ 'ਚ ਹੈ ਨਾ, ਵੇਸਟ ਉਹਨਾਂ ਦਾ ਜੋ ਐਕਸਕ੍ਰੀਟਾ ਹੁੰਦਾ ਉਹਨੂੰ ਯੂਜ਼ ਕਰਦੇ ਹਾਂ। ਪਲੱਸ ਇਹਦੇ ਨਾਲ ਨਾਲ ਆਪਾਂ ਕੁਝ ਐਗਰੀਕਲਚਰਲ ਵੇਸਟ ਆ ਜੋ ਜਿਵੇਂ ਬਾਇਓਮਾਸ ਜੋ ਐਗਰੀਕਲਚਰ ਦਾ ਰੈਜ਼ੀਡਿਊ, ਜਿਵੇਂ ਪੈਡੀ ਸਟ੍ਰੋ ਦੀ ਗੱਲ ਕੀਤੀ ਆਪਾਂ ਉਹ ਯੂਜ਼ ਕਰ ਸਕਦੇ ਹਾਂ। ਕੈਟਲ ਡੰਗ ਹੋ ਗਿਆ ਜੋ ਆਪਾਂ ਐਕਸਕ੍ਰੀਟਾ ਦੀ ਗੱਲ ਕੀਤੀ। ਦੈਨ ਸ਼ੂਗਰ ਕੇਨ ਪ੍ਰੈਸ ਮੱਡ ਹੋ ਗਈ, ਜਦੋਂ ਆਪਾਂ ਸ਼ੂਗਰ ਕੇਨ 'ਚੋਂ ਰਸ ਕੱਢਦੇ ਹਾਂ ਜੋ ਇੱਕ ਸਾਈਡ 'ਤੇ ਨਿਕਲ ਜਾਂਦੀ ਹੈ ਨਾ ਉਹਨੂੰ ਪ੍ਰੈਸ ਮੱਡ ਕਹਿ ਦਿੰਦੇ ਹਾਂ, ਉਹ ਯੂਜ਼ ਕਰ ਸਕਦੇ ਹਾਂ। ਦੈਨ ਮਿਊਨਿਸਪਲ ਸੋਲਿਡ ਵੇਸਟ ਹੈ ਉਹ ਯੂਜ਼ ਕਰ ਸਕਦੇ ਹਾਂ। ਦੈਨ ਸੀਵੇਜ ਟਰੀਟਮੈਂਟ ਪਲਾਂਟ ਵੇਸਟ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਆ ਫੀਡ ਕਹਿ ਲਓ ਇਸ ਪਲਾਂਟ ਨੂੰ ਰਨ ਕਰਨ ਦੇ ਲਈ। ਜਦੋਂ ਆਪਾਂ ਇਹਨਾਂ ਨੂੰ ਐਨਾਰੋਬਿਕ ਕੰਡੀਸ਼ਨਸ ਦੇ ਵਿੱਚ ਪ੍ਰੋਸੈਸ ਕਰਦੇ ਹਾਂ, ਐਨਾਰੋਬਿਕ ਦਾ ਮਤਲਬ ਹੁੰਦਾ ਆਕਸੀਜਨ ਦੀ ਪ੍ਰੈਜ਼ੈਂਸ ਤੋਂ ਬਿਨਾ, ਮਤਲਬ ਉਸ ਏਰੀਆ ਦੇ ਆਪਾਂ ਨੂੰ ਪ੍ਰੋਸੈਸ ਕਰਦੇ ਹਾਂ ਜਿੱਥੇ ਆਕਸੀਜਨ ਪ੍ਰੈਜ਼ੈਂਟ ਨਹੀਂ ਹੁੰਦੀ, ਦੈਟ ਇਜ਼ ਕਾਲਡ ਐਨਐਰੋਬਿਕ। ਠੀਕ ਹੈ ਜੀ। ਕਿਉਂਕਿ ਜਿਵੇਂ ਆਪਾਂ ਜੇ ਬਾਇਓਗੈਸ ਪਲਾਂਟ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ ਬਣੇ ਹੁੰਦੇ ਨੇ, ਇੱਦਾਂ ਇੱਕ ਆਪਾਂ ਅੰਡਰਗਰਾਊਂਡ ਨਾ ਇੱਕ ਬਣਾ ਦਿੰਦੇ ਆ ਟੈਂਕ, ਇੱਥੇ ਇੱਕ ਓਪਨਿੰਗ ਹੁੰਦੀ ਹੈ ਜਿੱਥੇ ਆਪਾਂ ਜੋ ਐਕਸਕ੍ਰੀਟ ਆ ਉਹਨੂੰ ਪਾਉਣੇ ਆ, ਉਹਨੂੰ ਪਾਣੀ ਦੇ ਨਾਲ ਆਪਾਂ ਥੋੜਾ ਮਿਕਸ ਕਰਕੇ, ਤੇ ਇਹਦੇ ਅੰਡਰਗਰਾਊਂਡ ਇੱਕ ਪਾਈਪ ਹੁੰਦੀ ਹੈ ਜੋ ਐਕਸਕ੍ਰੀਟਾਂ ਨੂੰ ਇਹਦੇ ਵਿੱਚ ਲੈ ਕੇ ਜਾਂਦੀ ਹੈ ਇਸ ਟੈਂਕ ਦੇ ਵਿੱਚ। ਇਹ ਟੈਂਕ ਕਿਉਂਕਿ ਫੁੱਲੀ ਇਨਕਲੋਜ਼ਡ ਹੈ, ਇਹਦੇ 'ਚ ਕੋਈ ਆਕਸੀਜਨ ਨਹੀਂ ਹੈ, ਤੇ ਉਹ ਜੋ ਐਕਸਕ੍ਰੀਟਾ ਇਹਦੇ ਅੰਦਰ ਜਾਂਦਾ ਇੱਥੇ ਇਹਦੀ ਪ੍ਰੋਸੈਸਿੰਗ ਹੁੰਦੀ ਆ ਆਪਣੇ ਆਪ, ਕਿਉਂਕਿ ਮਿਥੇਨ ਕੁਛ ਉਹ ਜੋ ਐਕਸਕ੍ਰੀਟਾ ਹੁੰਦਾ ਉਹਨਾਂ 'ਚ ਨਾ ਕੁਛ ਬੈਕਟੀਰੀਆਜ਼ ਹੁੰਦੇ ਨੇ, ਮਿਥੇਨੋਜੈਨੇਮਿਕ ਬੈਕਟੀਰੀਆ ਕਹਿ ਦਿੰਦੇ ਆ, ਉਹ ਬੈਕਟੀਰੀਆ ਖੁਦ ਹੀ ਇਹਨੂੰ ਪ੍ਰੋਸੈਸ ਕਰਦੇ ਨੇ। ਤੇ ਇੱਥੇ ਆਪਾਂ ਇੱਕ ਓਪਨਿੰਗ ਦਿੱਤੀ ਹੁੰਦੀ ਆ ਜਿਹਦੇ ਨਾਲ ਪਾਈਪ ਅਟੈਚਡ ਹੁੰਦੀ ਆ ਜੋ ਅੱਗੇ ਸਾਡੇ ਸਪਲਾਈ ਪ੍ਰੋਵਾਈਡ ਕਰਦੀ ਹੈ, ਇੱਥੋਂ ਬਾਇਓਗੈਸ ਨਿਕਲੀ ਜਾਂਦੀ ਹੈ। ਠੀਕ ਹੈ ਜੀ। ਤੇ ਜਦੋਂ ਆਪਾਂ ਬਾਇਓਗੈਸ ਬਣਾ ਲਈ ਉਸ ਬਾਇਓਗੈਸ ਨੂੰ ਅੱਗੇ ਆਪਾਂ ਥੋੜਾ ਰਿਫਾਈਨ ਕਰਾਂਗੇ, ਉਹਦੇ 'ਚੋਂ ਜੋ ਕੁਝ ਗੈਸਿਸ ਨੇ ਜਿਵੇਂ ਹਾਈਡਰੋਜਨ ਹੋ ਗਈ, ਹਾਈਡਰੋਜਨ ਸਲਫਾਈਡ ਹੈ, ਕਾਰਬਨ ਡਾਈਆਕਸਾਈਡ ਆ, ਜਾਂ ਕੁਝ ਵਾਟਰ ਵੇਪਰਸ ਨੇ ਉਹਨਾਂ ਨੂੰ ਕੱਢ ਦਿਆਂਗੇ। ਮਤਲਬ ਆਪਾਂ ਬਾਇਓਗੈਸ ਨੂੰ ਪਿਊਰੀਫਾਈ ਕਰ ਲਿਆ, ਪਿਊਰੀਫਾਈ ਕਰਕੇ ਆਪਾਂ ਉਹਨੂੰ ਕੰਪਰੈਸ ਕਰਤਾ। ਕੰਪਰੈਸਡ ਜੋ ਫਾਈਨਲ ਜੋ ਸਾਡੇ ਕੋਲ ਉਦੋਂ ਪ੍ਰੋਡਕਟ ਆਊਗਾ ਦੈਟ ਇਜ਼ ਕਾਲਡ ਕੰਪਰੈਸਡ ਬਾਇਓਗੈਸ। ਠੀਕ ਹੈ ਜੀ। ਤੇ ਜੋ ਕੰਪਰੈਸਡ ਬਾਇਓਗੈਸ ਹੈ ਇਹਦੇ ਵਿੱਚ 90% ਜੋ ਕੰਟੈਂਟ ਹੈ ਉਹ ਹੁੰਦੀ ਹੈ ਮਿਥੇਨ। ਇਹ ਧਿਆਨ 'ਚ ਰੱਖਿਓ, ਇਹ ਪੁੱਛਿਆ ਜਾ ਸਕਦਾ। CBG ਦਾ ਜੋ ਮੇਜਰ ਕੰਪੋਨੈਂਟ ਹੈ ਨਾ ਦੈਟ ਇਜ਼ ਮਿਥੇਨ ਗੈਸ, ਪਲੱਸ ਜੋ ਇਹਦੀ ਆਪਣੇ ਕੋਲ ਇਹ ਕੈਲੋਰੀਫਿਕ ਵੈਲਿਊ ਹੁੰਦੀ ਆ। ਕੈਲੋਰੀਫਿਕ ਵੈਲਿਊ ਮਤਲਬ ਹੁੰਦਾ ਇਹਦੀ ਮੱਚਣ ਦੀ ਜੋ ਸਮਤਾ ਹੈ, ਜਦੋਂ ਆਪਾਂ ਇਹਨੂੰ ਅੱਗ ਲਾਵਾਂਗੇ ਨਾ ਵੀ ਕਿੰਨੀ ਜਲਦੀ ਮੱਚੂਗੀ, ਜਾਂ ਇਹਦੇ ਚੋਂ ਵੀ ਕਹਿ ਲਓ ਵੀ ਹੋਰ ਕੁਝ ਅੱਗ ਦੇ ਨਾਲ ਨਾਲ ਕੁਝ ਹੋਰ ਬਾਹਰ ਹੋਰ ਤਾਂ ਨਹੀਂ ਕੁਝ ਨਿਕਲੂ, 에ਅਰ ਦੇ ਵਿੱਚ ਕੋਈ ਗੈਸਿਸ ਤਾਂ ਨਹੀਂ ਰਿਲੀਜ਼ ਹੋਣਗੀਆਂ, ਉਹਨੂੰ ਆਪਾਂ ਕਹਿੰਦੇ ਨੇ ਕੈਲੋਰੀਫਿਕ ਵੈਲਿਊ। ਕੈਲੋਰੀਫਿਕ ਵੈਲਿਊ ਹੈ ਜਿਹੜੀ ਇਹਦੀ, ਕੈਲੋਰੀਫਿਕ ਵੈਲਿਊ ਪਲੱਸ ਅਦਰ ਜੋ ਕੁਝ ਪ੍ਰੋਪਰਟੀਜ਼ ਨੇ ਉਹ ਬਿਲਕੁਲ CNG ਗੈਸ ਦੇ ਨਾਲ ਸਿਮਿਲਰ ਨੇ। ਠੀਕ ਹੈ ਜੀ। ਐਂਡ ਹੈਂਸ ਵੀ ਕੈਨ ਯੂਟਿਲਾਈਜ਼ ਇਟ ਐਜ਼ ਅ ਗ੍ਰੀਨ ਰੀਨਿਊਏਬਲ ਫਿਊਲ। ਤੇ ਕੁਝ ਸਾਡੀਆਂ ਇੰਡਸਟਰੀਜ਼ ਨੇ, ਕਮਰਸ਼ੀਅਲ ਏਰੀਆਜ਼, ਉੱਥੇ ਵੀ ਆਪਾਂ ਇਹਨੂੰ ਹੀਟਿੰਗ ਪਰਪਸ ਦੇ ਲਈ ਵੀ ਯੂਜ਼ ਕਰ ਸਕਦੇ ਹਾਂ। ਸੋ ਇਹ ਸਾਰਾ ਟੌਪਿਕ ਬਾਰੇ ਸੀ। ਤੇ ਹੁਣ ਆਪਾਂ ਕੁਐਸਚਨ ਦੀ ਗੱਲ ਕਰ ਲਈਏ। ਫਸਟ ਸਟੇਟਮੈਂਟ ਸੀ CBG हैज अ मीथेन कंटेंट ऑफ मोर देन 90%। ये बिल्कुल ठीक है स्टेटमेंट। एंड सेकंड स्टेटमेंट वाज इट हैज अ सेम कैलोरीफिक वैल्यू एंड अदर प्रॉपर्टीज एज दैट ऑफ CNG। दोनों स्टेटमेंट्स ठीक ने, तो आंसर आऊगा 3C, बोथ आर करेक्ट। तो हाँ जी PV76 ये तुसीं पहले वाले क्वेश्चन का आंसर किया कि ਇਹਦਾ ਕੀਤਾ ਜੀ, ਇਹਦਾ ਕੀਤਾ ਤਾਂ गलत है, जे पहले वाले ਦਾ ਸੀ ਤਾਂ शायद वो ठीक सी, नहीं वो भी गलत ही सी शायद। हाँ चलो कोई नहीं, ठीक है जी। ਇਟ ਇਜ਼ ਆਲ ਅਬਾਊਟ ਆ ਟੂਡੇਜ਼ ਡਿਸਕਸ਼ਨ। ਤੇ ਜੇ ਕੋਈ ਡਾਊਟ ਹੈ ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਗਾਈਜ਼ ਇਹ ਚੀਜ਼ਾਂ ਨੇ ਨਾ ਜੋ ਇਹ ਜਿਵੇਂ ਮਲੂਕਾ IAS ਤੁਹਾਡੇ ਲਈ ਜੇ ਫ੍ਰੀ 'ਚ ਕੁਝ ਲੈ ਕੇ ਆਇਆ ਤੇ ਤੁਹਾਨੂੰ ਲੱਗ ਵੀ ਰਿਹਾ ਵੀ ਉਹਦੇ 'ਚ ਕੁਛ ਨਾ ਕੁਛ ਵੈਲਿਊ ਤੁਹਾਨੂੰ ਤੁਹਾਡੇ ਪ੍ਰੈਪਰੇਸ਼ਨ ਦੇ ਵਿੱਚ ਵੈਲਿਊ ਐਡੀਸ਼ਨ ਹੋ ਰਹੀ ਆ, ਤਾਂ ਮੇਕ ਸ਼ੋਰ ਤੁਸੀਂ ਇਸ ਚੀਜ਼ ਨੂੰ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰੋ ਜਿਹੜੇ ਪ੍ਰੈਪਰੇਸ਼ਨ ਕਰ ਰਹੇ ਨੇ, ਸੋ ਦੈਟ ਦੇ ਕੈਨ ਆਲਸੋ ਗੈਟ ਮੈਕਸਿਮਮ ਬੈਨੀਫਿਟ ਫਰੋਮ ਦਿਸ ਇਨੀਸ਼ੀਏਟਿਵ। ਠੀਕ ਹੈ ਜੀ। ਤੇ ਜੋ ਆਪਾਂ PPT ਦੀ ਗੱਲ ਕੀਤੀ ਸੀ ਵੀ ਇਹ ਜੋ ਐਜ਼ ਇਟ ਇਜ਼ PPT ਤੁਹਾਨੂੰ ਮਲੂਕਾ IAS ਦੀ ਜੋ ਅਫੀਸ਼ੀਅਲ ਉਹਨਾਂ ਦੀ ਐਪ ਹੈ ਉਹਦੇ ਤੇ ਮਿਲ ਜਾਣੀ ਹੈ। ਮੈਂ ਦੱਸ ਦੇਣਾ ਤੁਹਾਨੂੰ, ਜਿਹੜੇ ਐਂਡਰੋਇਡ ਯੂਜ਼ ਕਰ ਰਹੇ ਨੇ ਉਹਨਾਂ ਦੇ ਲਈ ਮਲੂਕਾ IAS, ਠੀਕ ਹੈ ਜੀ। ਤੇ ਜਿਹੜੇ ਬੱਚੇ iOS ਯੂਜ਼ ਕਰ ਰਹੇ ਨੇ ਜਾਂ ਐਪਲ ਦੇ ਗੈਜਟਸ ਯੂਜ਼ ਕਰ ਰਹੇ ਨੇ ਉਹਨਾਂ ਦੇ ਲਈ ਕਲਾਸ ਪਲੱਸ। ਇਹ ਦੋ ਐਪਸ ਨੇ, ਤੁਸੀਂ ਡਾਊਨਲੋਡ ਕਰਕੇ ਇਹਨਾਂ ਦੇ ਉੱਪਰ ਆਪਣੇ ਜੋ ਪਾਰਟੀਕੂਲਰਸ ਨੇ, ਆਪਣਾ ਨੇਮ ਹੈ, ਆਪਣੀ ਕੁਛ ਜੋ ਵੀ ਉਹ ਰਿਕੁਆਇਰਡ ਹੈ ਤੁਹਾਡੇ ਉੱਥੇ ਰਜਿਸਟ੍ਰੇਸ਼ਨ ਦੇ ਲਈ, ਉੱਥੇ ਜਾਓਗੇ ਤੇ ਅੱਗੇ ਤੁਹਾਡੇ ਤੋਂ ਇੱਕ ਕੋਡ ਮੰਗਣਗੇ, ਉੱਥੇ ਤੁਸੀਂ ਸਿੰਪਲ ਮਲੂਕਾ ਭਰ ਦਿਓ। ਜਦੋਂ ਤੁਸੀਂ ਇਹ ਕੋਡ ਭਰਤਾ ਤੇ ਤੁਹਾਨੂੰ ਮਲੂਕਾ IAS ਦਾ ਜੋ ਪੇਜ ਹੈ ਉਹਦੇ ਤੇ ਤੁਸੀਂ ਪਹੁੰਚ ਜਾਓਗੇ
ਤੇ ਉਹਦੇ 'ਚ ਜਾ ਕੇ ਤੁਸੀਂ ਬੈਚਸ ਤੇ ਕਲਿੱਕ ਕਰਨਾ। ਬੈਚਸ ਤੇ ਕਲਿੱਕ ਕਰੋਗੇ, ਉੱਥੇ PCS ਪੰਜਾਬ PCS 001 ਇਹ ਕੋਡ ਭਰ ਕੇ ਤੁਸੀਂ ਇਹ ਜੋ PPTs ਨੇ ਫ੍ਰੀ ਆਫ ਦਾ ਕਾਸਟ ਤੁਹਾਨੂੰ ਉੱਥੇ ਮਿਲ ਜਾਣਗੀਆਂ। ਪਲੱਸ ਇਹਦੇ ਨਾਲ ਜੋ ਵੀ ਕੁਝ ਕਰੰਟ ਅਫੇਅਰਸ ਦੇ ਕੁਝ ਹੋਰ ਟੌਪਿਕਸ ਨੇ, ਕਿਉਂਕਿ ਆਪਾਂ 100% ਜੋ ਟੌਪਿਕਸ ਨੇ ਉਹਨਾਂ ਨੂੰ ਕਲਾਸ ਦੇ ਵਿੱਚ ਕਵਰ ਨਹੀਂ ਕਰ ਸਕਦੇ, ਤੇ ਆਪਾਂ ਇੱਥੇ ਜੋ ਮੋਸਟ ਰੈਲੇਵੈਂਟ ਤੇ ਮੋਸਟ ਇੰਪੋਰਟੈਂਟ ਟੌਪਿਕਸ ਨੇ ਸਾਡੇ ਪੇਪਰ ਲਈ ਉਹ ਆਪਾਂ ਡਿਸਕਸ ਕਰਦੇ ਹਾਂ। ਸੋ ਉੱਥੇ ਤੁਹਾਨੂੰ ਜੋ ਹੋਰ ਨਿਊਜ਼ ਨੇ, ਹੋਰ ਇੰਪੋਰਟੈਂਟ ਨਿਊਜ਼ ਨੇ, ਉਹਨਾਂ ਦੇ ਰਿਗਾਰਡਿੰਗ ਜੋ ਸਟੱਡੀ ਮਟੀਰੀਅਲ ਹੈ ਉਹ ਤੁਹਾਨੂੰ ਸਾਰਾ ਮਿਲ ਜੂਗਾ, ਤੇ ਇਹ ਜੋ PPT ਹੈ ਇਹ ਵੀ ਤੁਹਾਨੂੰ ਐਜ਼ ਇਟ ਇਜ਼ ਉੱਥੇ ਮਿਲ ਜਾਣੀ ਹੈ। ਸੋ ਥੈਂਕ ਯੂ ਵੈਰੀ ਮੱਚ, ਤੇ ਫਿਰ ਕੱਲ ਮਿਲਦੇ ਹਾਂ ਆਪਣੇ ਅੱਗੇ ਵਾਲੇ ਟੌਪਿਕਸ ਦੇ ਨਾਲ। ਤੇ ਹੁਣ ਇਹਦੇ ਬਾਅਦ 5-7 ਮਿੰਟ ਦੇ ਵਿੱਚ ਆਪਾਂ ਪੰਜਾਬ GK ਦੀ ਕਲਾਸ ਸਟਾਰਟ ਕਰਨ ਲੱਗੇ ਹਾਂ। ਸੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਵੀ ਉਹ ਵੀ ਜ਼ਰੂਰ ਦੇਖਿਓ, ਕਿਉਂਕਿ GK ਦੀ ਆਪਾਂ ਗੱਲ ਕਰਦੇ ਹਾਂ ਨਾ ਜਦੋਂ, ਸਪੈਸ਼ਲੀ ਪੰਜਾਬ ਦੇ ਜਿੰਨੇ ਵੀ ਪੇਪਰ ਨੇ ਉਹਨਾਂ ਸਾਰਿਆਂ ਲਈ ਉਹ ਰੈਲੇਵੈਂਟ ਹੈ। ਬਸ 5-7 ਮਿੰਟਾਂ ਦੇ ਵਿੱਚ ਆਪਾਂ ਸਟਾਰਟ ਕਰਨ ਲੱਗੇ ਹਾਂ। ਥੈਂਕ ਯੂ ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ ਨਵਜੋਤ ਜੀ, ਥੈਂਕ